ਆਪਣੇ ਮਕਸਦ ਦੇ ਵਿੱਚ ਜੋ ਕਾਰਜ ਗੁਰੂ ਮਹਾਰਾਜ ਜੀ ਨੇ ਕਰਨਾ ਹੈ ਉਹ ਕਾਰਜ ਕਰਦੇ ਹੋਏ ਚੱਲ ਰਹੇ ਨੇ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਔਰ ਦੂਸਰਾ ਹੈ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸਵਾ। ਜਿੰਨੀਆਂ ਵੀ ਇਨਸਾਨੀਅਤ ਦੇ ਤਲ ਤੇ, ਮਨੁੱਖਤਾ ਦੇ ਤਲ ਤੇ ਜਾਂ ਧਾਰਮਿਕ ਤਲ ਤੇ ਵੰਡੀਆਂ ਪਈਆਂ ਹੋਈਆਂ ਨੇ, ਗੁਰੂ ਮਹਾਰਾਜ ਜੀ ਇਹਨਾਂ ਸਾਰੀਆਂ ਹੀ ਵੰਡੀਆਂ ਨੂੰ ਖਤਮ ਕਰਕੇ ਇੱਕ ਨਿਰੰਕਾਰ ਦੇ ਨਾਲ ਜੋੜ ਰਹੇ ਨੇ। ਗੁਰੂ ਸਾਹਿਬ ਮਹਾਰਾਜ ਜੀ ਦੁਨੀਆ ਨੂੰ, ਲੋਕਾਂ ਨੂੰ, ਧਾਰਮਿਕ ਲੋਕਾਂ ਨੂੰ, ਰਾਜਨੀਤਿਕ ਲੋਕਾਂ ਨੂੰ, ਸੰਨਿਆਸੀਆਂ ਨੂੰ, ਜੋਗੀਆਂ ਨੂੰ, ਜਿਹੜਾ ਵੀ ਗੁਰੂ ਸਾਹਿਬ ਨੂੰ ਮਿਲਦਾ ਹੈ, ਸਮਝਾਉਂਦੇ ਨੇ ਕਿ ਆਪਾਂ ਸਾਰੇ ਹੀ ਇੱਕ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੀ ਪੈਦਾ ਕੀਤੇ ਹੋਏ ਜੀਵ ਹਾਂ। ਸਤਿਗੁਰੂ ਮਹਾਰਾਜ ਜੀ ਜਿਸ ਵੇਲੇ ਲਾਹੌਰ ਆਏ ਨੇ ਤੇ ਲਾਹੌਰ ਦਾ ਇਹ ਵਪਾਰੀ ਹੈ ਦੁਨੀ ਚੰਦ। ਸਤਿਗੁਰੂ ਮਹਾਰਾਜ ਜੀ ਜਿਸ ਵੇਲੇ ਪਹੁੰਚੇ ਨੇ ਤੇ ਉਸ ਵੇਲੇ ਵੇਖਿਆ ਵੀ ਇਹ ਆਪਣੇ ਪਿਤਾ ਦੇ ਨਾਮ ਉੱਤੇ ਸ਼ਰਾਧ ਕਰ ਰਿਹਾ ਹੈ। ਗੁਰਬਾਣੀ ਦੇ ਮੁਤਾਬਕ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜੀਵਤ ਪਿਤਰ ਨਾ ਮੰਨੈ ਕਉ ਮੂੰਹੇ ਸ਼ਰਾਧ ਕਰਾਈ, ਕਿ ਜਿਉਂਦਿਆਂ ਜੀ ਅਸੀਂ ਉਹਨਾਂ ਨੂੰ ਮੰਨਦੇ ਨਹੀਂ ਜਿਨ੍ਹਾਂ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਅਸੀਂ ਇੱਕ ਸ਼ਰਾਧ ਦਾ ਨਾਮ ਦੇ ਕੇ ਬਹੁਤ ਅਡੰਬਰ ਰਚਦੇ ਹਾਂ। ਪਰ ਜਿਨ੍ਹਾਂ ਦੇ ਨਾਮ ਉੱਤੇ ਅਸੀਂ ਅਡੰਬਰ ਰਚ ਕੇ ਇਹਨਾਂ ਖਾਣ ਪੀਣ ਦਾ ਪ੍ਰਬੰਧ ਕਰਕੇ ਅਸੀਂ ਵਰਤਾਰਾ ਵਰਤਾਉਂਦੇ ਹਾਂ, ਉਹਦਾ ਕਰਮ ਪਤਾ ਨਹੀਂ ਕਿਹੜੀ ਜੂਨ ਦੇ ਵਿੱਚ ਉਸ ਨੂੰ ਲੈ ਗਿਆ ਹੋਵੇ, ਉਹ ਕਿਹੜੀ ਜੂਨ ਭੋਗਦਾ ਹੋਵੇ, ਉਹ ਜਨਮ ਸਫਲ ਕਰਕੇ ਗਿਆ ਜਾਂ ਨਹੀਂ ਗਿਆ। ਇਹ ਉਸ ਮਾਲਕ ਦੇ ਦਰ ਉੱਤੇ ਹੀ ਸਾਡੇ ਕਰਮ ਦਾ ਹਿਸਾਬ ਹੈ। ਪਰ ਅਸੀਂ ਕੀ ਕਰਨਾ ਹੈ? ਜੀਵਦਿਆਂ ਜੀ, ਅੱਗੇ ਵੀ ਜ਼ਿਕਰ ਕੀਤਾ ਸੀ ਸਵੇਰ ਦੇ ਦੀਵਾਨਾਂ 'ਚ ਕਿ ਅੱਜ ਸਮਾਂ ਹੈ ਕਿ ਜੀਵਦਿਆਂ ਦੀ ਕਦਰ ਕਰੋ, ਜੀਵਦਿਆਂ ਦੀ ਬਾਤ ਪੁੱਛੋ। ਅਸੀਂ ਜੀਵਦਿਆਂ ਦੀ ਕਦਰ ਨਹੀਂ ਕਰਦੇ, ਜੀਵਦਿਆਂ ਦੀ ਬਾਤ ਨਹੀਂ ਪੁੱਛਦੇ, ਪਰ ਉਹਨਾਂ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਅਸੀਂ ਬਹੁਤ ਦਿਖਾਵਾ ਕਰਦੇ ਹਾਂ, ਬਹੁਤ ਸਾਰਾ ਅਡੰਬਰ ਅਸੀਂ ਰਚ ਲੈਂਦੇ ਹਾਂ, ਪਰ ਉਸ ਦਿਖਾਵੇ ਦਾ ਕੋਈ ਲਾਭ ਨਹੀਂ, ਕਿਉਂਕਿ ਜਿੰਨਾ ਚਿਰ ਉਹ ਜੀਵ ਜੀਵਦਾ ਸੀ ਸਾਨੂੰ ਅਸਲ ਵਿੱਚ ਉਹਦੇ ਸਤਿਕਾਰ ਦੀ ਲੋੜ ਸੀ। ਅਸੀਂ ਉਹਦੀ ਬਾਤ ਜਿਉਂਦਿਆਂ ਦੀ ਪੁੱਛਣੀ ਸੀ, ਮੋਇਆਂ ਦੀ ਨਹੀਂ। ਅੱਜ ਦੁਨੀਆ ਦੀ ਹਾਲਤ ਹੈ ਕਿ ਮੋਇਆਂ ਦੀ ਬਾਤ ਜ਼ਿਆਦਾ ਪੁੱਛਦੀ ਹੈ, ਜਿਉਂਦਿਆਂ ਨੂੰ ਬੰਦਾ ਪੁੱਛਦਾ ਹੀ ਨਹੀਂ। ਪਰ ਜਿਹੜਾ ਸਰੀਰ ਛੱਡ ਕੇ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ, ਉਹ ਛੱਡ ਕੇ ਚਲਾ ਹੀ ਗਿਆ ਜੀਵ। ਹੁਣ ਉਹਦੇ ਕਰਮ ਉਹਨੂੰ ਕਿੱਥੇ ਲੈ ਜਾਣਗੇ ਸਾਨੂੰ ਨਹੀਂ ਪਤਾ। ਗੁਰੂ ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਦੇ ਰੂਪ ਵਿੱਚ ਗੱਲ ਸਮਝਾਈ ਕਿ ਦੁਨੀ ਚੰਦ ਕੀ ਪਤਾ ਕਰਮ ਜਿਹੜੇ ਨੇ ਉਹ ਸਾਨੂੰ ਕਿਸ ਜੁਨੇ ਪਾ ਦੇਣ। ਬੜੀਆਂ ਜੂਨਾਂ ਨੇ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਨੇ ਇਸ ਸੰਸਾਰ ਦੇ ਵਿੱਚ। ਕਦੇ ਪਸ਼ੂ ਹੈ, ਕਦੇ ਇਹ ਵੀ ਤੇ ਜੂਨਾਂ ਹੀ ਨੇ। ਜਿੰਨੀਆਂ ਵੀ ਅਸੀਂ ਵੇਖ ਰਹੇ ਹਾਂ, ਪੰਛੀ ਜਾਤੀ ਹੈ, ਪਸ਼ੂ ਜੰਤ ਜਾਤੀ ਹੈ, ਜਾਨਵਰ ਜਾਤੀ ਹੈ, ਇਸੇ ਤਰ੍ਹਾਂ ਇਨਸਾਨ ਦੀ ਵੀ ਜਾਤੀ ਹੈ। ਅਸੀਂ ਵੀ ਵੱਖ-ਵੱਖ ਸ਼੍ਰੇਣੀਆਂ ਦੇ ਵਿੱਚ ਆਉਂਦੇ ਹਾਂ। ਮਨੁੱਖ ਵੀ ਜਿਹੜਾ, ਇਹਦੀਆਂ ਵੀ ਕਈ ਜਾਤੀਆਂ ਨੇ। ਪਸ਼ੂ ਨੂੰ ਖਰੀਦਣਾ ਹੋਵੇ ਅਸੀਂ ਕਹਿੰਦੇ ਹਾਂ ਕਿਹੜੀ ਜਾਤੀ ਦਾ ਹੈ, ਜਾਨਵਰ ਕੋਈ ਖਰੀਦਣਾ ਹੋਵੇ ਅਸੀਂ ਕਹਿੰਦੇ ਹਾਂ ਕਿਹੜੀ ਜਾਤੀ ਦਾ ਹੈ। ਮਨੁੱਖ ਦੀਆਂ ਵੀ ਜਾਤੀਆਂ ਨੇ, ਭਾਵ ਇਹਦੀ ਸੋਚ 'ਤੇ ਡਿਪੈਂਡ ਕਰਦਾ ਹੈ। ਇਹ ਸਾਡੀ ਜਿਹੜੀ ਸੋਚ ਹੈ ਨਾ, ਇਹ ਸਾਡੀ ਸੋਚ 'ਤੇ ਡਿਪੈਂਡ ਕਰਦਾ ਵੀ ਇਹ ਕਿਹੜੀ ਸ਼੍ਰੇਣੀ ਵਿੱਚ ਆਉਂਦਾ ਹੈ। ਪਰ ਸਾਨੂੰ ਮਨੁੱਖਾ ਜਾਤੀ ਵਿੱਚੋਂ ਦੀ ਕੱਢ ਕੇ ਹੋਰ ਜਾਤੀਆਂ ਦੇ ਜਾਲ ਵਿੱਚ ਉਲਝਾ ਦਿੱਤਾ। ਇਹ ਖੱਤਰੀ ਹੈ, ਇਹ ਬ੍ਰਾਹਮਣ ਹੈ, ਇਹ ਸ਼ੂਦਰ ਹੈ, ਇਹ ਵੈਸ਼ ਹੈ। ਸਤਿਗੁਰੂ ਮਹਾਰਾਜ ਨੇ ਆਖਿਆ ਇਹ ਤਾਂ ਦੁਨੀਆ ਦੀਆਂ ਬਣਾਈਆਂ ਜਾਤੀਆਂ ਨੇ, ਤੂੰ ਉਸ ਜਾਤੀ ਵੱਲ ਧਿਆਨ ਦੇ ਜੋ ਪਰਮੇਸ਼ਵਰ ਨੇ ਬਣਾਈਆਂ। ਕਈਆਂ ਦਾ ਮੰਨਣਾ ਹੈ ਕਿ ਇੱਥੋਂ ਤੱਕ ਵੀ ਗੁਰੂ ਸਾਹਿਬ ਜੀ ਨੇ ਇੱਕ ਬਗਿਆੜ ਦਾ ਰੂਪ ਵੀ ਦਿਖਾ ਦਿੱਤਾ ਦੁਨੀ ਚੰਦ ਨੂੰ ਸਮਝਾਉਣ ਵਾਸਤੇ ਵੀ ਤੂੰ ਮੋਇਆਂ ਤੋਂ ਬਾਅਦ ਐਡਾ ਅਡੰਬਰ ਰਚਦਾ, ਕੋਈ ਲਾਭ ਨਹੀਂ। ਫਿਰ ਤੂੰ ਇੰਨੇ ਅਡੰਬਰ ਰਚ ਕੇ ਬੈਠਾ ਹੋਇਆ, ਤੇਰੇ ਘਰ ਦੇ ਉੱਪਰ 7 ਝੰਡੇ ਝੂਲਦੇ ਆ। ਜਿਵੇਂ ਉਸ ਸਮੇਂ ਦੀ ਗੱਲ ਕਰੀਏ, ਅੱਜ ਤੇ ਆਪਾਂ ਕਰੋੜਾਂ ਤੱਕ ਪਹੁੰਚ ਗਏ ਹਾਂ। ਲੱਖਪਤੀ ਤੋਂ ਬੰਦਾ ਕਰੋੜਪਤੀ, ਕਰੋੜ ਤੋਂ ਹੁਣ ਤੇ ਅਰਬਾਂਪਤੀ ਵੀ ਹੋ ਗਿਆ। ਸਾਹਿਬ ਜੀ ਨੇ ਆਖਿਆ ਵੀ ਆਹ ਜਿਹੜੇ ਸਪਤ ਲੱਖ ਦਾ ਤੂੰ, ਭਾਵ 7 ਲੱਖ ਧਨ ਦਾ ਤੂੰ ਮਾਲਕ ਬਣਿਆ ਤੇ 7 ਝੰਡੇ ਤੇਰੇ ਝੂਲਦੇ ਆ, ਕਿ ਇਹ ਸਭ ਕੁਝ ਤੂੰ ਆਪਣੇ ਨਾਲ ਲੈ ਜਾਏਗਾ। ਫਿਰ ਉੱਥੇ ਵੀ ਮਹਾਰਾਜ ਨੇ ਇੱਕ ਜੁਗਤੀ ਵਰਤੀ। ਸਾਹਿਬ ਕਹਿੰਦੇ ਇੱਕ ਆ ਨਿੱਕੀ ਜਿਹੀ ਸੂਈ ਹੈ, ਇਹ ਤੇਰੇ ਕੋਲੋਂ ਅਸੀਂ ਲੈ ਲਵਾਂਗੇ। ਜਦੋਂ ਲੋਕ ਤੋਂ ਪਰਲੋਕ ਦਾ ਸਫ਼ਰ ਹੋਏਗਾ, ਅਸੀਂ ਤੂੰ ਲੋਕ ਵਿੱਚ ਲੈ ਲੈ ਤੇ ਪਰਲੋਕ ਵਿੱਚ ਸਾਨੂੰ ਮੋੜ ਦੇਈਂ। ਪਰ ਘਰਵਾਲੀ ਨੇ ਹਲੂਣਾ ਦਿੱਤਾ ਵੀ ਕਿਹੜੇ ਪਰਲੋਕ ਦੀ ਗੱਲ ਕਰਦੇ ਹੋ ਤੇ ਕਿੱਥੇ ਸੂਈ ਲੈ ਕੇ ਜਾਣੀ ਆ? ਜਿਹੜੇ ਹੱਥਾਂ ਨਾਲ ਲੈ ਕੇ ਜਾਣੀ ਉਹ ਹੱਥ ਵੀ ਇੱਥੇ ਹੀ ਰਹਿ ਜਾਣੇ ਆ, ਇਹ ਸਰੀਰ ਰੂਪੀ ਕੱਪੜਾ ਜਾਣਾ ਹੀ ਨਹੀਂ ਨਾਲ। ਫਿਰ ਵਾਪਸ ਪਰਤ ਕੇ ਆਉਣਾ। ਗੁਰੂ ਸਾਹਿਬ ਮਹਾਰਾਜ ਨੇ ਸਮਝਾਉਣਾ ਕਿ ਬਸ ਇਹ ਤੈਨੂੰ ਸਮਝਾਉਣ ਵਾਸਤੇ ਸੀ ਵੀ ਜੇ ਇੱਕ ਨਿੱਕੀ ਜਿਹੀ ਸੂਈ ਨਾਲ ਨਹੀਂ ਜਾ ਸਕਦੀ ਤੇ ਫਿਰ ਤੂੰ ਇੰਨਾ ਕੁਝ ਇਕੱਤਰ ਕਰਕੇ ਕਿੱਥੋਂ ਨਾਲ ਲੈ ਜਾਏਗਾ। ਸਤਿਗੁਰੂ ਮਹਾਰਾਜ ਜੀ ਨੇ ਇਹ ਵਿਚਾਰ ਜਦੋਂ ਇਹਨੂੰ ਸਮਝਾਈ ਹੈ, ਅਗਲੇਰੇ ਪ੍ਰਸੰਗ ਵਿੱਚ ਕਵੀ ਸੰਤੋਖ ਸਿੰਘ ਜੀ ਜੋ ਇਤਿਹਾਸ ਦਾ ਜ਼ਿਕਰ ਕਰਦੇ ਨੇ, ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਦੁਨੀ ਚੰਦ ਸੁਣ ਗਿਰਾ ਉਚਾਰੀ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮਝਾਇਆ ਕਿ ਜੇ ਤੂੰ ਇਹ ਨਿੱਕੀ ਜਿਹੀ ਸੂਈ ਨਹੀਂ ਲਿਜਾ ਸਕਦਾ ਤੇ ਇੰਨਾ ਕੁਝ ਜੋ ਇਕੱਤਰ ਕਰੀ ਬੈਠਾ ਇਹ ਕਿਵੇਂ ਤੇਰੇ ਨਾਲ ਜਾਏਗਾ? ਸੁਣ ਕੇ ਅੱਗੋਂ ਫਿਰ ਭਾਈ ਦੁਨੀ ਚੰਦ ਜਿਹੜਾ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆਖਦਾ ਹੈ, ਕਿਸ ਪ੍ਰਕਾਰ ਸੰਗ ਜਾਏ ਅਗਾਰੀ। ਫਿਰ ਮੈਨੂੰ ਇਹ ਦੱਸੋ ਵੀ ਅਗਾਰੀ ਅਗਾਂ ਚੱਲਦਾ ਕੀ ਹੈ ਨਾਲ? ਜੇ ਨਿੱਕੀ ਜਿਹੀ ਸੂਈ ਨਹੀਂ ਨਾਲ ਜਾਣੀ, ਐਡਾ ਵੱਡਾ ਇਕੱਤਰ ਕੀਤਾ ਮਾਇਆਵੀ ਪਦਾਰਥ ਨਾਲ ਨਹੀਂ ਜਾਣਾ, ਇਹ ਸਰੀਰ ਵੀ ਨਾਲ ਨਹੀਂ ਜਾਣਾ, ਤੇ ਫਿਰ ਅਗਾਂ ਜਾਂਦਾ ਕੀ ਹੈ ਬੰਦੇ ਦੇ ਨਾਲ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਦੁਨੀ ਚੰਦ ਨੇ ਪੁੱਛਿਆ ਹੈ, ਸੋ ਕਰਨਾ ਕਰ ਮੁਝੇ ਬਤਾਵੋ। ਮੇਰੇ ਤੇ ਕਰੁਣਾ ਕਿਰਪਾ ਕਰੋ, ਮੇਰੇ ਤੇ ਮੈਨੂੰ ਇਹ ਗੱਲ ਸਮਝਾਓ। ਜੇ ਤੁਸੀਂ ਆ ਨਿੱਕੀ ਜਿਹੀ ਸੂਈ ਦੇ ਕੇ ਮੈਨੂੰ ਹਲੂਣਾ ਦੇ ਦਿੱਤਾ ਹੈ ਤੇ ਫਿਰ ਮੈਨੂੰ ਇਹ ਗੱਲ ਕਲੀਅਰ ਕਰੋ ਕਿ ਅੱਗੇ ਬੰਦੇ ਦੇ ਨਾਲ ਕੀ ਜਾਂਦਾ ਹੈ। ਦੀਨ ਜਾਣ ਉਪਦੇਸ਼ ਦ੍ਰਿੜਾਵੋ। ਮੈਂ ਦੀਨ ਬਣ ਗਿਆ ਤੇ ਤੁਸੀਂ ਦਿਆਲੂ ਬਣ ਕੇ, ਹਮ ਸਰ ਦੀਨ ਦਇਆਲ ਨਾ ਤੁਮ ਸਰ। ਹੁਣ ਮੇਰੇ ਵਰਗਾ ਦੀਨ ਕੋਈ ਨਹੀਂ ਤੇ ਤੁਹਾਡੇ ਵਰਗਾ ਦਿਆਲੂ ਕੋਈ ਨਹੀਂ ਹੈ, ਇਸ ਲਈ ਆਪਣੀ ਦਇਆ ਮੇਰੇ ਤੇ ਕਰੋ, ਮੈਨੂੰ ਸਮਝਾਉਣਾ ਕਰੋ ਜੀ। ਗੁਰੂ ਪਨੈ ਸੁਣੀਏ ਦੇ ਚੀਤਾ। ਸਤਿਗੁਰੂ ਮਹਾਰਾਜ ਨੇ ਫਿਰ ਅੱਗੋਂ ਜਵਾਬ ਦਿੱਤਾ, ਕਹਿਣ ਲੱਗੇ ਦੁਨੀ ਚੰਦ ਧਿਆਨ ਲਾ ਕੇ ਸੁਣਨਾ। ਗੱਲ ਇਕੱਲੇ ਦੁਨੀ ਚੰਦ ਦੀ ਨਹੀਂ ਹੈ, ਗੱਲ ਜਿਹੜਾ ਜਿੱਥੇ ਬੈਠਾ ਇਤਿਹਾਸ ਸੁਣ ਰਿਹਾ ਸਾਰਿਆਂ ਦੀ ਗੱਲ ਹੈ। ਇਹਦੇ ਵਿੱਚ ਹੁਣ ਜਿਹੜਾ ਉਪਦੇਸ਼ ਦੇਣਾ ਨਾ ਮਹਾਰਾਜ ਨੇ ਇਕੱਲਾ ਦੁਨੀ ਚੰਦ ਨੂੰ ਨਹੀਂ, ਸਾਨੂੰ ਵੀ ਤੇ ਤੁਹਾਨੂੰ ਵੀ। ਤੇ ਜਿੱਥੇ ਤੱਕ ਆਵਾਜ਼ ਇਸ ਮੀਡੀਆ ਰਾਹੀਂ ਜਾਂਦੀ ਹੈ, ਜਿਹਦੇ ਵੀ ਕੰਨਾਂ ਵਿੱਚ ਇਤਿਹਾਸ ਦੇ ਬੋਲ ਪੈਂਦੇ ਆ, ਇਹ ਸਾਰਿਆਂ ਵਾਸਤੇ ਹੈ।
ਸਤਿਗੁਰੂ ਮਹਾਰਾਜ ਨੇ ਆਖਿਆ ਵੀ ਦੁਨੀ ਚੰਦ ਸੁਣੀਏ ਦੇ ਚੀਤਾ, ਭਾਵ ਧਿਆਨ ਲਾ ਕੇ ਸੁਣਨਾ ਕਰ। ਇਸ ਪ੍ਰਾਨੀ ਕੇ ਤੀਨੋਂ ਮੀਤਾ। ਜਿਹੜਾ ਪ੍ਰਾਣੀ ਇਸ ਸੰਸਾਰ ਵਿੱਚ ਆਉਂਦਾ ਹੈ, ਮਨੁੱਖਤਾ ਵਾਲਾ ਜਿਹੜਾ ਪ੍ਰਾਣੀ ਇਸ ਸੰਸਾਰ ਵਿੱਚ ਆਉਂਦਾ, ਇਹਦੇ 3 ਮਿੱਤਰ ਹੁੰਦੇ ਹਨ। ਦਰਬ ਪਰਿਵਾਰ ਕਰਮ ਲਖ ਲੀਜੈ। ਉਹ 3 ਮਿੱਤਰ ਕਿਹੜੇ ਹੁੰਦੇ ਨੇ? ਇੱਕ ਹੁੰਦਾ ਦਰਬ ਦਾ ਅਰਥ ਹੁੰਦਾ ਮਾਇਆਵੀ ਪਦਾਰਥ, ਔਰ ਦੂਸਰਾ ਹੁੰਦਾ ਹੈ ਪਰਿਵਾਰ, ਧੀਆਂ ਪੁੱਤਰ, ਭੈਣ ਭਰਾ, ਮਾਂ-ਬਾਪ, ਜਿੰਨੇ ਵੀ ਸਾਡੇ ਸੰਬੰਧ ਨੇ, ਔਰ ਤੀਸਰਾ ਮਿੱਤਰ ਹੁੰਦਾ ਹੈ ਕਰਮ, ਜਿਹੜੇ ਅਸੀਂ ਕਰਮ ਕਰਦੇ ਹਾਂ। ਹਰ ਇੱਕ ਪ੍ਰਾਣੀ ਦੇ 3 ਮਿੱਤਰ ਹੁੰਦੇ ਹਨ। ਜਸ ਸੰਗੀ ਤਸ ਦਇਆ ਸੁਨੀਜੈ। ਹੁਣ ਇਹ ਤਿੰਨਾਂ ਦਾ ਸੰਗ ਕਿੱਥੇ ਕਿੱਥੇ ਤੱਕ ਹੈ? ਤਿੰਨੇ ਜਿਹੜੇ ਮਿੱਤਰ ਨੇ, ਇਹਨਾਂ ਦਾ ਸੰਗ ਕਿੱਥੇ ਕਿੱਥੇ ਤੱਕ ਹੁੰਦਾ? ਕਿੱਥੇ ਤੱਕ ਇਹ ਸਾਡਾ ਸਾਥ ਨਿਭਾ ਸਕਦੇ ਨੇ? ਸਤਿਗੁਰੂ ਮਹਾਰਾਜ ਜੀ ਹੁਣ ਇਹਨਾਂ ਦੀ ਹਾਲਤ ਜਿਹੜੀ ਆ ਉਹ ਦੱਸਦੇ ਹਨ। ਜਬ ਲੋ ਪ੍ਰਾਨ ਰਹਿ ਤਬ ਮਾਹੀ। ਸਭ ਕਹਿੰਦੇ ਜਦੋਂ ਤੱਕ ਇਹ ਪ੍ਰਾਣ ਨੇ ਨਾ, ਜਦੋਂ ਤੱਕ ਇਹ ਸਵਾਸ ਜਿਹੜੇ ਆ ਚੱਲਦੇ ਹਨ, ਤਬ ਲੋ ਤਨ ਮਿੱਤਰ ਬਹੁਰੋ ਨਾਹੀ। ਤਬ ਲਓ, ਇਹ ਧਨ ਮਾਇਆਵੀ ਪਦਾਰਥ ਉਦੋਂ ਤੱਕ ਨੇ, ਜਿੰਨਾ ਚਿਰ ਸਾਡਾ ਸਵਾਸ ਚੱਲਦਾ ਹੈ। ਇਹ ਮਾਇਆਵੀ ਪਦਾਰਥ ਜਿਹੜੇ ਨੇ ਉਦੋਂ ਤੱਕ ਹੀ ਸਾਨੂੰ ਸੁੱਖ ਦੇ ਸਕਦੇ ਆ, ਸਾਡੇ ਨਾਲ ਜੁੜੇ ਰਹਿ ਸਕਦੇ, ਅਸੀਂ ਮਾਇਆਵੀ ਪਦਾਰਥਾਂ ਨੂੰ ਭੋਗ ਸਕਦੇ ਹਾਂ ਜਦੋਂ ਤੱਕ ਇਹ ਸਵਾਸ ਬੰਦੇ ਦੇ ਚੱਲਦੇ ਹਨ। ਲੇਤ ਸੰਭਾਰ ਅਪ ਰਹੀ ਆਕੋ। ਤੇ ਜਦੋਂ ਹੀ ਸਰੀਰ ਛੱਡ ਦਿੱਤਾ, ਉਸੇ ਵੇਲੇ ਜਿੰਨਾ ਮਾਇਆਵੀ ਪਦਾਰਥ ਸਾਰੀ ਜ਼ਿੰਦਗੀ ਇਕੱਤਰ ਕੀਤਾ, ਇਹ ਹੋਰਾਂ ਨੇ ਸਾਂਭ ਲੈਣਾ, ਇਹ ਨਾਲ ਨਹੀਂ ਜਾਣਾ। ਇਸ ਜਿੰਨੇ ਵੀ ਸਾਡੇ ਉਸ ਵੇਲੇ ਧੀਆਂ ਪੁੱਤਰ ਹੋਣਗੇ ਜਾਂ ਭੈਣ ਭਰਾ ਹੋਣਗੇ, ਉਹਨਾਂ ਨੇ ਇਹ ਸਾਰੇ ਮਾਇਆਵੀ ਪਦਾਰਥ ਜਿਹੜੇ ਆ ਉਹ ਸਾਂਭ ਲੈਣੇ ਆ। ਪਿਛਲੇ ਦਿਨੀ ਆਪ ਜੀ ਨਾਲ ਇੱਕ ਘਟਨਾ ਸਾਂਝੀ ਕੀਤੀ ਸੀ ਜੋ ਹਕੀਕਤ ਰੂਪ ਵਿੱਚ ਸੀ ਕਿ 2 ਸਕੇ ਭਰਾ, ਉਹਨਾਂ ਦੇ ਮਨਾਂ ਵਿੱਚ ਵੀ ਇਹ ਖਿਆਲ ਆ ਜਾਂਦਾ ਹੈ ਕਿ ਪਿਤਾ ਜੀ ਤਾਂ ਹੁਣ ਸਰੀਰ ਛੱਡ ਗਏ ਨੇ, ਤੇ ਇੱਕ ਦੂਜੇ ਭਰਾ ਦੇ ਘਰ ਵਿੱਚ ਪਹੁੰਚਣ ਤੋਂ ਪਹਿਲਾਂ ਸਾਰੇ ਧਨ ਪਦਾਰਥ, ਜੋ ਸੋਨਾ ਗਹਿਣਾ, ਜੋ ਬੈਂਕ ਬੈਲੈਂਸ, ਜੋ ਕਾਗਜ਼ਾਤ, ਉਹ ਸਾਰੇ ਹੀ ਸਮੇਟ ਲਏ ਉਹਨੇ, ਸਾਰੇ ਲੁਕੋ ਦਿੱਤੇ, ਤਾਂ ਕਿ ਦੂਸਰਾ ਮੇਰਾ ਭਰਾ ਆਵੇ ਤੇ ਉਹਨੂੰ ਇਹ ਪਤਾ ਹੀ ਨਾ ਲੱਗੇ ਵੀ ਕੀ ਸੀ ਕੀ ਨਹੀਂ ਸੀ। ਭਾਵ ਇੱਕ ਸਕਾ ਭਰਾ ਆਪਣੇ ਭਰਾ ਪ੍ਰਤੀ ਇਹ ਸੋਚ ਰੱਖ ਕੇ ਪਿਤਾ ਦੀ ਸਾਰੀ ਜਾਇਦਾਦ ਕਮਾਈ ਨੂੰ ਇਕੱਲਾ ਹੀ ਸਮੇਟਣਾ ਚਾਹੁੰਦਾ ਹੈ। ਹੁਣ ਜਿਹਦੀ ਜੋ ਜਾਇਦਾਦ ਸੀ, ਜਿਹਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਧਨ ਪਦਾਰਥ ਇਕੱਠੇ ਕੀਤੇ, ਉਹ ਤਾਂ ਸਰੀਰ ਛੱਡ ਗਿਆ, ਸਰੀਰ ਪਿਆ ਉੱਥੇ। ਹੁਣ ਦੂਸਰਾ ਜਿਹੜਾ ਸਾਥੀ ਸੀ, ਉਹਦੇ ਮਨ ਵਿੱਚ ਇਸ ਤਰ੍ਹਾਂ ਦੇ ਫੁਰਨੇ ਬਣਨੇ ਸ਼ੁਰੂ ਹੋ ਗਏ। ਇੱਥੇ ਇੱਕ ਘਟਨਾ ਨਹੀਂ, ਪਤਾ ਨਹੀਂ ਕਿੰਨੀਆਂ ਘਟਨਾਵਾਂ ਰੋਜ਼ ਵਾਪਰਦੀਆਂ ਨੇ ਐਸੀਆਂ। ਇੱਥੇ ਮਹਾਰਾਜ ਜੀ ਕਹਿੰਦੇ ਜਿਹੜਾ ਧਨ ਪਦਾਰਥ ਹੁੰਦਾ ਨਾ, ਇਹ ਜਦੋਂ ਸਰੀਰ ਸਾਥ ਛੱਡ ਦੇਵੇ, ਸਵਾਸ ਅਖੀਰਲਾ ਨਿਕਲ ਜਾਵੇ, ਤੇ ਜਿਹੜੇ ਆਸ-ਪਾਸ ਹੁੰਦੇ ਨੇ, ਇਹ ਸਾਰਾ ਧਨ ਉਹ ਜਿਹੜੇ ਨੇ ਸੰਭਾਲ ਲੈਂਦੇ ਹਨ। ਕਲ ਮਲ ਅਨੇਕ ਕੀਏ ਹਿਤ ਜਾਂ ਕੋ। ਹੁਣ ਕਈ ਐਸੇ ਵੀ ਹੁੰਦੇ ਨੇ ਕਿ ਜਿਨ੍ਹਾਂ ਨੇ ਇਸ ਧਨ ਨੂੰ ਇਕੱਤਰ ਕਰਨ ਲਈ ਕਲਮਲ ਪਾਪ ਵੀ ਕੀਤੇ ਹੁੰਦੇ ਆ, ਹੇਰਾ ਫੇਰੀਆਂ ਵੀ ਕੀਤੀਆਂ ਹੁੰਦੀਆਂ, ਠੱਗੀਆਂ ਵੀ ਮਾਰੀਆਂ ਹੁੰਦੀਆਂ ਨੇ, ਗਰੀਬ ਮਾਰ ਵੀ ਕੀਤੀ, ਦੂਜਿਆਂ ਦੇ ਹੱਕ ਵੀ ਖੋਏ ਹੁੰਦੇ ਆ। ਹੁਣ ਉਹ ਕਿੰਨਾ ਧਨ ਬੇਸ਼ੁਮਾਰ ਇਕੱਤਰ ਕਰੀ ਬੈਠਾ ਸੀ, ਜਿਸ ਧਨ ਦੀ ਇਕੱਤਰਤਾ ਵਾਸਤੇ ਪਾਪ ਵੀ ਕੀਤਾ, ਠੱਗੀਆਂ ਵੀ ਮਾਰੀਆਂ, ਹੇਰਾ ਫੇਰੀ ਵੀ ਕੀਤੀ। ਕਹਿਣ ਲੱਗੇ ਉਹ ਮਿੱਤਰ ਤਾਂ ਉਸੇ ਵੇਲੇ ਸਾਥ ਛੱਡ ਗਿਆ ਜਦੋਂ ਅਖੀਰਲਾ ਸਵਾਸ ਨਿਕਲਦਾ ਹੈ। ਤਨ ਕੇ ਦਾਂ ਤੀਕ ਪਰਵਾਰਾ। ਇਹ ਪਹਿਲਾ ਮਿੱਤਰ ਤੇ ਸਾਥ ਛੱਡ ਗਿਆ, ਜਦੋਂ ਆਖਰੀ ਸਾਹ ਨਿਕਲਿਆ ਉਸੇ ਵੇਲੇ ਧਨ ਪਦਾਰਥ ਪਰਾਏ ਹੋ ਗਏ। ਸਾਰੀ ਜ਼ਿੰਦਗੀ ਘਰ ਦੇ ਬਾਹਰ ਜਿਹੜੀ ਮੇਨ ਪਲੇਟ ਸੀ ਲਿਖੀ ਹੋਈ ਨਾਮ ਦੀ, ਬਸ ਸਰੀਰ ਛੱਡਦਿਆਂ ਸਾਰ ਨਾਮ ਵੀ ਬਦਲ ਗਿਆ। ਉਸੇ ਵੇਲੇ ਕਹਿੰਦੇ ਨੇ ਸਭ ਕੁਝ ਪਰਾਇਆ ਹੋ ਗਿਆ। ਹੁਣ ਦੂਸਰਾ ਮਿੱਤਰ ਸੀ ਪਰਿਵਾਰ, ਤੇ ਕਹਿੰਦੇ ਪਰਿਵਾਰ ਕਦੋਂ ਤੱਕ ਸਾਥ ਦਿੰਦਾ ਹੈ? ਜਦੋਂ ਤੱਕ ਇਸ ਦੇਹ ਨੂੰ ਦਾਹ ਨਹੀਂ ਕਰ ਦਿੰਦੇ। ਦਾਹ ਦਾ ਅਰਥ ਹੁੰਦਾ ਸੰਸਕਾਰ ਨਹੀਂ ਕਰ ਦਿੰਦੇ। ਇਹ ਸਰੀਰ ਦਾ ਜਦੋਂ ਅਗਨ ਭੇਟ ਹੋ ਗਿਆ, ਇਹਨੂੰ ਅਗਨ ਭਾਵ ਇਹਦਾ ਸੰਸਕਾਰ ਕਰ ਦਿੱਤਾ, ਤੇ ਜਿੰਨੇ ਵੀ ਪਰਿਵਾਰ ਵਾਲੇ ਜੀ ਹੁੰਦੇ ਆ ਸਭ ਪਿਛਾਂ ਨੂੰ ਵਾਪਸ ਮੁੜਨੇ ਸ਼ੁਰੂ ਹੋ ਜਾਂਦੇ ਆ। ਫਿਰ 1 2 3 4 ਦਿਨ ਇਹ ਖੇਡ ਜਿਹੜੀ ਆ ਉਹ ਬਣਦੀ ਆ। ਮੁੜ ਕੇ ਕਿਹੜਾ ਸ਼ਮਸ਼ਾਨ ਭੂਮੀ ਜਾਂਦਾ ਹੈ? ਪਰਤ ਕੇ ਸ਼ਮਸ਼ਾਨ ਭੂਮੀ ਕੌਣ ਜਾਂਦਾ ਹੈ ਵਾਪਸ? ਕਿ ਇੱਥੇ ਜਿਹੜਾ ਸੀ ਮੇਰਾ ਆਹ ਸਾਕ ਸੰਬੰਧੀ ਜਿਹਨੂੰ ਮੈਂ ਜਿਹਦਾ ਸੰਸਕਾਰ ਕਰਕੇ ਗਿਆ, ਮੁੜ ਕੇ ਫਿਰ ਜਿਵੇਂ ਜਿਵੇਂ ਸਮਾਂ ਲੰਘਦਾ ਜਾਂਦਾ ਹੈ, ਤਿਵੇਂ ਫਿਰ ਅੰਦਰੋਂ ਯਾਦ ਵਿਸਰ ਜਾਂਦੀ ਹੈ। ਸਭ ਕਹਿੰਦੇ ਦੂਸਰੇ ਪਰਿਵਾਰ ਦਾ ਸਾਥ ਉਦੋਂ ਤੱਕ ਹੁੰਦਾ ਹੈ ਜਦੋਂ ਤੱਕ ਇਸ ਸਰੀਰ ਦਾ ਸੰਸਕਾਰ ਨਹੀਂ ਹੋ ਜਾਂਦਾ। ਜਦੋਂ ਸੰਸਕਾਰ ਹੋ ਗਿਆ, ਉਸੇ ਵੇਲੇ ਸਾਰੇ ਫਿਰ ਜਿੰਨੇ ਵੀ ਪਰਿਵਾਰ ਦੇ ਜੀ ਹੁੰਦੇ ਨੇ, ਉਹ ਪਿਛਾਂ ਨੂੰ ਵਾਪਸ ਮੁੜ ਕੇ ਭਾਵ ਇੱਥੇ ਸਾਥ ਛੁੱਟ ਗਿਆ, ਇੱਥੇ ਤੱਕ ਸਾਥ ਸੀ। ਪਰ ਮਹਾਰਾਜ ਕਹਿੰਦੇ ਇਹ ਕੁਦਰਤ ਹੈ। ਜੇ ਤੂੰ ਕਹੇ ਨਾ ਵੀ ਮਰਨ ਤੋਂ ਬਾਅਦ ਕਿਹਨੇ ਵੇਖਿਆ ਵੀ ਕਿਹੜਾ ਸਾਥ ਛੱਡਦਾ ਕਿਹੜਾ ਨਹੀਂ, ਮਹਾਰਾਜ ਕੁਦਰਤ ਹੈ। ਕਹਿੰਦੇ ਕੁਦਰਤ ਰੰਗ ਤੈਨੂੰ ਜਿਉਂਦਿਆਂ ਦਿਖਾ ਦੇਗੀ। ਜਿਉਂਦਿਆਂ ਰੰਗ ਦਿਖਾਇਆ ਨਾ ਬਿਮਾਰੀ ਦੇ ਦੌਰ ਵਿੱਚ। ਜੇ ਪਿਤਾ ਦਾ ਸੰਸਕਾਰ ਹੋ ਰਿਹਾ ਤੇ ਬੱਚੇ ਕਹਿੰਦੇ ਅਸੀਂ ਗੱਡੀ ਵਿੱਚ ਬੈਠ ਕੇ ਹੀ ਦੇਖ ਲਾਂਗੇ, ਅਸੀਂ ਨੇੜੇ ਨਹੀਂ ਜਾਣਾ। ਪਰਿਵਾਰ ਦੇ ਜੀ ਕਹਿੰਦੇ ਆ ਸਾਨੂੰ ਘਰ ਵਿੱਚ ਹੀ ਵੀਡੀਓ ਜਿਹੜਾ ਉਹ ਕਰਕੇ ਦਿਖਾ ਦਿਓ, ਪਰ ਅਸੀਂ ਵੀਡੀਓ 'ਚ ਹੀ ਦੇਖ ਲਵਾਂਗੇ, ਪਰ ਅਸੀਂ ਆਪਣੇ ਪਿਤਾ ਦੇ ਕੋਲ ਨਹੀਂ ਜਾਣਾ। ਹੁਣ ਉਹ ਪਰਿਵਾਰ ਜਿਹੜਾ ਸੀ ਕਹਿੰਦੇ ਨੇ ਉਹ ਉਸ ਵੇਲੇ ਸਾਥ ਛੱਡ ਕੇ ਭਰਾ, ਇਹ ਤਾਂ ਆਪਾਂ ਵੇਖਿਆ ਨਾ ਹੁਣ ਆ ਪਿਛਲੇ ਦੌਰ ਵਿੱਚ ਸਾਨੂੰ ਕੀ ਕੁਝ ਨਹੀਂ ਦਿਖਾਇਆ। ਬੜਾ ਕੁਝ ਕੁਦਰਤ ਨੇ ਸਾਨੂੰ ਦਿਖਾਇਆ, ਬੜਾ ਕੁਝ ਸਮਝਾਇਆ, ਬੜਾ ਕੁਝ ਸਿਖਾਇਆ ਵੀ ਹੈ। ਗੱਲ ਇਹ ਹੈ ਵੀ ਆਉਣ ਵਾਲੇ ਸਮੇਂ 'ਚ ਜੇ ਆਪਾਂ ਉਹਨੂੰ ਭੁੱਲ ਜਾਈਏ ਗੱਲ ਵੱਖਰੀ ਹੈ। ਪਰ ਸਾਨੂੰ ਇਸ ਕੁਦਰਤ ਦੀ ਕਰਵਟ ਨੇ, ਜਦੋਂ ਕੁਦਰਤ ਨੇ ਕਰਵਟ ਲਈ ਹੈ, ਇਹਨੇ ਆਪਣਾ ਰੰਗ ਦਿਖਾਇਆ ਹੈ, ਬਹੁਤ ਕੁਝ ਸਿਖਾ ਦਿੱਤਾ ਇਸ ਕੁਦਰਤ ਨੇ। ਪਰ ਇਹਨੂੰ ਭੁੱਲੀਏ ਨਾ, ਜਿਸ ਸਮੇਂ 'ਚੋਂ ਨਿਕਲੇ ਆ ਇਹਨੂੰ ਭੁੱਲੀਏ ਨਾ, ਚੇਤੇ ਰੱਖੀਏ, ਕਿਉਂਕਿ ਇਸ ਸਮੇਂ ਨੇ ਕੌਣ ਆਪਣਾ ਤੇ ਕੌਣ ਪਰਾਇਆ ਸਾਨੂੰ ਸਿਖਾਇਆ ਹੈ। ਔਰ ਇਸ ਸਮੇਂ ਵਿੱਚ ਇਹ ਵੀ ਨਹੀਂ ਕਿ ਬਹੁਤ ਕੁਝ ਸਿਖਾਉਣ ਦੇ ਵਿੱਚ ਬਹੁਤ ਐਸੇ ਪ੍ਰਾਣੀ ਨੇ ਜਿਹੜੇ ਕਹਿੰਦੇ ਅਸੀਂ ਕਦੇ ਪਰਮਾਤਮਾ ਦਾ ਨਾਮ ਨਹੀਂ ਸੀ ਲੈਂਦੇ, ਹੁਣ ਇਸ ਸਮੇਂ ਨੇ ਸਾਨੂੰ ਪਰਮਾਤਮਾ ਦੇ ਨਾਮ ਨਾਲ ਜੋੜ ਦਿੱਤਾ। ਕਹਿੰਦੇ ਅਸੀਂ ਕਦੇ ਧਾਰਮਿਕ ਅਸਥਾਨ ਤੇ ਨਹੀਂ ਸੀ ਜਾਂਦੇ, ਹੁਣ ਅਸੀਂ ਧਾਰਮਿਕ ਅਸਥਾਨ ਤੋਂ ਬਿਨਾਂ ਰਹਿ ਨਹੀਂ ਸਕਦੇ। ਅਸੀਂ ਕਦੇ ਪਾਠ ਨਹੀਂ ਸੀ ਕਦੇ ਕੀਤਾ, ਹੁਣ ਪਤਾ ਨਹੀਂ ਕਿੰਨਾ ਪਾਠ ਸਾਡੇ ਕੋਲੋਂ ਹੋ ਜਾਂਦਾ ਹੈ। ਇਹ ਸਮੇਂ ਨੇ ਇਹ ਵੀ ਕੁਝ ਸਾਨੂੰ ਦਿਖਾਇਆ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ ਪਹਿਲਾ ਸੀ ਮਿੱਤਰ ਧਨ ਛੱਡ ਗਿਆ, ਦੂਸਰਾ ਮਿੱਤਰ ਸੀ ਪਰਿਵਾਰ। ਉਹ ਜਦੋਂ ਸਰੀਰ ਦਾ ਸੰਸਕਾਰ ਹੁੰਦਾ ਹੈ ਤੇ ਪਰਿਵਾਰ ਜਿਹੜਾ ਮਿੱਤਰ ਹੁੰਦਾ ਹੈ ਉਹ ਵੀ ਸਾਥ ਛੱਡ ਜਾਂਦਾ ਹੈ। ਪੁੰਨ ਤ੍ਰਿਨ ਤੋਰ ਹੈ ਆਏ ਅਗਾਰਾ। ਪੁੰਨ ਦਾ ਅਰਥ ਹੈ ਫਿਰ ਜਦੋਂ ਸੰਸਕਾਰ ਹੋ ਗਿਆ ਉਸੇ ਵੇਲੇ ਉੱਥੋਂ ਮੁੱਖ ਮੁੜ ਕੇ ਆਪਣੇ ਆਪਣੇ ਘਰ ਨੂੰ ਫਿਰ ਸਾਰੇ ਜੀ ਆ ਜਾਂਦੇ ਹਨ। ਆਗੇ ਕੋਈ ਨਾ ਸੰਗ ਸਹਾਈ। ਅੱਗੇ ਕੋਈ ਸਹਾਈ ਨਹੀਂ ਹੁੰਦਾ, ਅੱਗੇ ਕਿਸੇ ਨੇ ਸਹਾਇਤਾ ਨਹੀਂ ਕਰਨੀ ਹੈ। ਇਹ ਜਿਹੜੀ ਜਿੰਦ ਇਸ ਸਰੀਰ ਵਿੱਚੋਂ ਦੀ ਜੀਵ ਆਤਮਾ ਨੇ ਨਿਕਲਣਾ ਕੀਤਾ ਹੈ, ਇਹਦਾ ਕੋਈ ਵੀ ਸਹਾਈ ਨਹੀਂ ਉੱਥੇ ਹੁੰਦਾ। ਸਰੀਰ ਕਰਕੇ ਮਾਂ ਹੈ, ਪਿਤਾ ਹੈ, ਭੈਣ ਹੈ, ਭਰਾ ਹੈ, ਧੀ ਹੈ, ਪੁੱਤਰ ਹੈ, ਰਿਸ਼ਤੇ ਨੇ, ਮਿੱਤਰ ਨੇ, ਸਾਕ ਸੰਬੰਧੀ ਨੇ, ਪਰ ਜਿਹੜੀ ਅੰਦਰ ਜੀਵ ਆਤਮਾ ਹੈ ਉਹਦੀ ਕੌਣ ਭੈਣ ਹੈ, ਉਹਦੀ ਕੌਣ ਮਾਂ ਹੈ, ਪਿਤਾ ਹੈ, ਉਹਦਾ ਕੌਣ ਧੀ ਪੁੱਤਰ ਹੈ? ਜੀਵ ਆਤਮਾ ਦਾ ਤੇ ਕੋਈ ਨਹੀਂ। ਸਰੀਰ ਕਰਕੇ ਸਾਡੇ ਸੰਬੰਧ ਬਹੁਤ ਨੇ, ਤੇ ਜਦੋਂ ਸਰੀਰ ਹੀ ਮੁਰਦਾ ਹੋ ਗਿਆ, ਸਰੀਰ ਹੀ ਡੈਡ ਹੋ ਗਿਆ, ਫਿਰ ਇਸ ਸਰੀਰ ਦੇ ਅੱਗੇ ਸਹਾਈ ਕਿਹਨੇ ਹੋਣਾ? ਸਰੀਰ ਤੋਂ ਅਗਾਂਹ ਦੇ ਸਫ਼ਰ ਵਿੱਚ ਇਸ ਜਿੰਦ ਦੀ ਮਦਦ ਕਿਹਨੇ ਕਰਨੀ ਆ?
ਗੁਰੂ ਤੇਗ ਬਹਾਦਰ ਸਾਹਿਬ ਜੀ ਦੇਖੋ ਸਾਡੇ ਅੰਦਰ ਚਾਉ ਹੁੰਦਾ ਸੀ, ਜਿਨ੍ਹਾਂ ਜਿਨ੍ਹਾਂ ਦੇ ਅੰਦਰ ਅੱਜ ਵੀ ਚਾਉ ਹੈ ਨਾ, ਮੁਬਾਰਕ ਹੈ, ਨਹੀਂ ਤੇ ਬਹੁਤਾਤ ਵਿੱਚ ਘਟ ਚੁੱਕਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਸੁਣਨ ਦੀ ਬੜੀ ਚਾਹਤ ਹੁੰਦੀ ਸੀ, ਤੇ ਜਿਹੜਾ ਸੁਣਾਉਣ ਵਾਲਾ ਹੁੰਦਾ ਸੀ ਉਹਨੂੰ ਪਹਿਲਾਂ ਹੀ ਕਹਿ ਦਿੰਦੇ ਸੀ ਕਿ ਤੂੰ ਸਾਨੂੰ ਇੱਕ ਇੱਕ ਸ਼ਲੋਕ ਬੜੇ ਪਿਆਰ ਨਾਲ ਸੁਣਾਉਣਾ ਹੈ। ਤੇ ਹੁਣ ਸਾਡੇ ਕੋਲ ਟਾਈਮ ਹੀ ਨਹੀਂ ਹੁੰਦਾ, ਸੁਣਨ ਦਾ ਵੀ ਟਾਈਮ ਨਹੀਂ ਹੁੰਦਾ, ਤੇ ਜੇ ਕੋਈ ਪੜ੍ਹ ਰਿਹਾ ਤੇ ਉਹਨੂੰ ਵੀ ਅਸੀਂ ਕਹਿ ਦਿੰਦੇ ਹਾਂ ਵੀ ਛੇਤੀ ਛੇਤੀ ਪੜ੍ਹ ਲੈ, ਅੱਗੇ ਜਾਣਾ ਅਸੀਂ। ਹੁਣ ਤੇ ਸਮਾਂ ਇਦਾਂ ਦਾ ਆ ਗਿਆ, ਨਹੀਂ ਤੇ ਇੱਕ ਖਿੱਚ ਹੁੰਦੀ ਸੀ ਕਿ ਅਸੀਂ ਗੁਰੂ ਸਾਹਿਬ ਦੇ ਸ਼ਲੋਕ ਬੜੇ ਪਿਆਰ ਨਾਲ ਟਿਕ ਕੇ ਸੁਣਨ ਵਾਲੇ ਅੱਜ ਵੀ ਮੌਜੂਦ ਨੇ। ਐਸੇ ਨਹੀਂ ਕਿ ਸਾਰਿਆਂ ਨੂੰ ਆਪਾਂ ਇੱਕੋ ਹੀ ਰਾਹ ਤੋਰ ਲਿਆ, ਨਹੀਂ, ਬਹੁਤ ਐਸੇ ਪਿਆਰ ਵਾਲੀਆਂ ਰੂਹਾਂ ਵੀ ਨੇ। ਤੇ ਜਦੋਂ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਲੋਕ ਸੁਣਦੇ ਹੋ, ਮਹਾਰਾਜ ਕੀ ਕਹਿੰਦੇ? ਸੰਗ ਸਖਾ ਸਭ ਤਜ ਗਏ, ਕਹੂ ਨਾ ਨਿਭਿਓ ਸਾਥ, ਕਹੋ ਨਾਨਕ ਇਹ ਬਿਪਤ ਮੈਂ, ਏਕ ਏਕ ਰਘੁਨਾਥ। ਮਹਾਰਾਜ ਕਹਿੰਦੇ ਆ ਸੰਗ ਸਖਾ ਸਭ ਤਜ ਗਏ, ਛੱਡ ਗਏ। ਦੇਖਿਆ ਵੀ ਹੁਣ ਇਸ ਲੱਕੜਾਂ ਨੂੰ ਅੱਗ ਲੱਗ ਚੁੱਕੀ ਹੈ ਤੇ ਡੈਡ ਬੋਡੀ ਦਾ ਸੰਸਕਾਰ ਹੋ ਜਾਣਾ, ਬਸ ਸਾਰੇ ਛੱਡ ਗਏ, ਉੱਥੇ ਵਾਪਸ ਆ ਗਏ। ਕੋਈ ਉਸ ਤੋਂ ਅਗਾਂਹ ਨਾ ਗਿਆ ਤੇ ਨਾ ਕੋਈ ਉਸ ਤੋਂ ਅੱਗੇ ਕਿਸੇ ਨੇ ਜਾਣਾ ਹੈ, ਨਾ ਕਿਸੇ ਇਸ ਜੀਵ ਆਤਮਾ ਦਾ ਕੋਈ ਸਹਾਈ ਹੋਇਆ ਤੇ ਨਾ ਇੱਥੇ ਕਿਸੇ ਨੇ ਸਹਾਈ ਹੋਣਾ ਹੈ। ਇਹ ਦੂਜੇ ਮਿੱਤਰ ਜਿਹੜੇ ਸੀ ਪਰਿਵਾਰ ਦੇ ਰੂਪ ਵਿੱਚ ਆ ਗਿਆ, ਕੋਈ ਨਾ ਸੰਗ ਸਹਾਈ। ਇਸ ਤੋਂ ਅਗਲੇ ਸਫ਼ਰ ਵਿੱਚ ਕੋਈ ਵੀ ਸੰਗ ਸਹਾਈ ਨਹੀਂ ਹੁੰਦਾ ਹੈ। ਜਿਨ ਸੋਹਿਤ ਕਰ ਔਦ ਬਿਤਾਈ, ਜਿਨ ਸੌ ਹਿਤ, ਜਿਨ੍ਹਾਂ ਨਾਲ ਇੰਨਾ ਮੋਹ ਪਿਆਰ ਪਾ ਕੇ ਔਦ ਬਿਤਾਈ, ਸਾਰੀ ਉਮਰ ਬਿਤਾ ਦਿੱਤੀ। ਬੇਨਤੀ ਨੂੰ ਸਮਝ ਕੇ ਚੱਲਿਓ, ਇਹਦਾ ਮਤਲਬ ਇਹ ਵੀ ਨਹੀਂ ਕਿ ਆਪਾਂ ਧੀਆਂ ਪੁੱਤਰ ਛੱਡ ਕੇ ਪਾਸੇ ਹੋ ਜਾਈਏ, ਪਰਿਵਾਰ ਛੱਡ ਕੇ, ਮਾਪੇ ਛੱਡ ਕੇ, ਭੈਣ ਭਰਾ ਛੱਡ ਕੇ ਪਾਸੇ ਹੋ ਜਾਈਏ ਵੀ ਨਾਲ ਤਾਂ ਕਿਸੇ ਨੇ ਸਹਾਈ ਹੋਣਾ। ਇਹਦਾ ਮਤਲਬ ਇਹ ਵੀ ਨਹੀਂ ਹੈ। ਸਾਡਾ ਹਰ ਇੱਕ ਦੇ ਨਾਲ ਪਿਆਰ ਹੋਣਾ ਚਾਹੀਦਾ ਹੈ, ਮਾਂ ਬਾਪ ਵਾਲਾ ਵੀ, ਭੈਣ ਭਰਾਵਾਂ ਵਾਲਾ ਵੀ, ਧੀਆਂ ਪੁੱਤਰਾਂ ਵਾਲਾ ਵੀ, ਮਿੱਤਰਾਂ ਦੋਸਤਾਂ ਵਾਲਾ ਵੀ ਪਿਆਰ ਹੋਵੇ, ਪਰ ਉਹ ਇੰਨਾ ਮੋਹ ਨਾ ਬਣ ਜਾਵੇ। ਅਸੀਂ ਮੋਹ ਨਹੀਂ ਬਣਾਉਣਾ। ਮੋਹ ਇੱਕ ਦਲਦਲ ਹੈ ਜਿਹਦੇ ਵਿੱਚ ਧੱਸ ਜਾਵਾਂਗੇ, ਨਿਕਲਣਾ ਔਖਾ ਹੈ। ਮੋਹ ਇੱਕ ਜੰਜੀਰ ਹੈ ਜਿਹਦੇ ਵਿੱਚ ਜਕੜੇ ਗਏ ਨਿਕਲਣਾ ਔਖਾ ਹੈ। ਇਸ ਲਈ ਸਤਿਗੁਰ, ਹੁਣ ਦੇਖੋ ਜੇ ਪਿਆਰ ਦੀ ਗੱਲ ਕਰੀਏ ਤੇ ਬੇਬੇ ਨਾਨਕੀ ਜੀ ਦਾ ਗੁਰੂ ਨਾਨਕ ਸਾਹਿਬ ਨਾਲ ਕਿੰਨਾ ਪਿਆਰ ਹੈ। ਅਗਲੇ ਪ੍ਰਸੰਗ ਵਿੱਚ ਜ਼ਿਕਰ ਆਉਣਾ ਵੀ ਬੇਬੇ ਯਾਦ ਕਰਦੀ ਹੈ ਤੇ ਗੁਰੂ ਨਾਨਕ ਸਾਹਿਬ ਪਹੁੰਚ ਗਏ। ਉਹ ਇੱਕ ਜਿਹੜਾ ਪਿਆਰ ਹੈ ਸਾਡਾ, ਉਹ ਵੱਖਰੀ ਗੱਲ ਹੈ, ਉਹ ਮੋਹ ਨਾ ਬਣ ਜਾਏ। ਜੇ ਮੋਹ ਬਣ ਗਿਆ ਫਿਰ ਪੰਕਜ ਮੋਹ ਪੱਗ ਨਹੀਂ ਚੱਲੇ, ਹਮ ਦੇਖਾਂ ਤੈਂ ਡੂਬੀ ਅਲੇ। ਵੀ ਅਸੀਂ ਕਹੀਏ ਵੀ ਪਰਮਾਤਮਾ ਦੀ ਕੀ ਲੋੜ ਹੈ, ਸਾਨੂੰ ਉਹਨੂੰ ਮਿੱਤਰ ਬਣਾਉਣ ਦੀ ਕੀ ਲੋੜ ਹੈ, ਸਾਨੂੰ ਉਹਦੇ ਨਾਮ ਦੀ ਕੀ ਲੋੜ ਹੈ। ਸਾਡੇ ਭੈਣ ਭਰਾ ਸਾਰੇ ਨੇ, ਠੀਕ ਹੈ, ਇਹ ਸਾਨੂੰ ਹਰ ਦੁੱਖ ਸੁੱਖ ਵਿੱਚ ਕੰਮ ਆਉਂਦੇ ਨੇ, ਪਰ ਜ਼ਿੰਦਗੀ ਵਿੱਚ ਇੱਕ ਐਸਾ ਮੋੜ ਆਏਗਾ ਜਿੱਥੇ ਕਿਸੇ ਨੇ ਕੰਮ ਨਹੀਂ ਆਉਣਾ। ਜ਼ਿੰਦਗੀ ਵਿੱਚ ਇੱਕ ਐਸਾ ਮੋੜ ਆਏਗਾ ਜਿੱਥੇ ਪਰਮੇਸ਼ਵਰ ਤੋਂ ਸਿਵਾਇਆ ਕਿਸੇ ਨੇ ਕੰਮ ਨਹੀਂ ਆਉਣਾ, ਉੱਥੇ ਉਹ ਨਹੀਂ ਕੰਮ ਆਉਣਾ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ, ਕਹਿਣ ਲੱਗੇ ਜਿਨ ਸੋ ਹਿਤ ਕਰ ਔਧ ਬਿਤਾਈ, ਜਿਨ੍ਹਾਂ ਨਾਲ ਤੂੰ ਮੋਹ ਪਿਆਰ ਪਾ ਕੇ ਸਾਰੀ ਦੀ ਸਾਰੀ ਜ਼ਿੰਦਗੀ ਬਿਤਾ ਦਿੱਤੀ। ਤੀਜੇ ਕਰਮ ਮੀਤ ਇਸ ਕੇਰੇ, ਜਿਨ੍ਹਾਂ ਦੇ ਨਾਲ ਮੋਹ ਪਾ ਕੇ ਸਾਰੀ ਜ਼ਿੰਦਗੀ ਬਿਤਾਤੀ, ਉਹ ਤਾਂ ਸਰੀਰ ਦਾ ਸੰਸਕਾਰ ਹੋਇਆ ਤੇ ਸਾਥ ਛੁੱਟ ਗਿਆ। ਫਿਰ ਆ ਗਿਆ ਤੀਸਰਾ ਮਿੱਤਰ ਹੈ ਕਰਮ। ਜਿਹੜੇ ਅਸੀਂ ਕਰਮ ਕਰਦੇ ਹਾਂ, ਮੰਦੇ ਕਰਦੇ ਹਾਂ ਜਾਂ ਚੰਗੇ ਕਰਦੇ ਹਾਂ, ਮਾੜੇ ਕਰਦੇ ਹਾਂ ਜਾਂ ਚੰਗੇ ਕਰਮ ਕਰਦੇ ਹਾਂ, ਤੀਸਰਾ ਮਿੱਤਰ ਹੁੰਦਾ ਹੈ ਸਾਡਾ ਕਰਮ। ਸੇ ਨਿਤ ਸੰਗੀ ਜਾਏ ਅਗੇਰੇ, ਕਹਿੰਦੇ ਨੇ ਇਹ ਸਦਾ ਨਿਤ ਕੋਲ ਰਹਿੰਦੇ ਆ। ਜਿਹੜੇ ਅਸੀਂ ਕਰਮ ਕੀਤੇ ਆ ਨਾ, ਇਹ ਕਰਮ ਹੀ ਸਾਡੇ ਕੋਲ ਰਹਿੰਦੇ ਆ ਤੇ ਅਗਾਂਹ ਕਰਮ ਹੀ ਜਾਂਦੇ ਆ। ਅੱਗੋਂ ਨਬੇੜਾ ਕਰਮ ਦਾ ਹੋਣਾ, ਅੱਗੋਂ ਨਬੇੜਾ ਸਾਡੇ ਉੱਚੇ ਅਹੁਦਿਆਂ ਦਾ ਨਹੀਂ ਹੋਣਾ। ਜਾਂ ਕੋਈ ਕਰੋੜਪਤੀ ਅਰਬਪਤੀ ਹੈ ਤੇ ਉੱਥੇ ਇਹ ਨਹੀਂ ਪੁੱਛਿਆ ਜਾਣਾ ਵੀ ਤੂੰ ਕਿੰਨਾ ਲੱਖਪਤੀ ਹੈ ਕਿ ਕਰੋੜਪਤੀ ਹੈ ਕਿ ਅਰਬਪਤੀ ਹੈ। ਉੱਥੇ ਇਹ ਨਹੀਂ ਪੁੱਛਿਆ ਜਾਣਾ ਵੀ ਤੂੰ ਕਿਹੜੇ ਮੁਲਕ ਦਾ ਰਹਿਣ ਵਾਲਾ ਹੈ। ਉੱਥੇ ਇਹ ਨਹੀਂ ਪੁੱਛਣਾ ਵੀ ਤੂੰ ਕਿਹੜੀ ਭਾਸ਼ਾ ਬੋਲਦਾ ਸੀ, ਕਿਹੜੀ ਬੋਲੀ ਬੋਲਦਾ ਸੀ। ਉੱਥੇ ਇਹ ਨਹੀਂ ਪੁੱਛਿਆ ਜਾਣਾ ਵੀ ਤੇਰਾ ਰੁਤਬਾ ਕਿੰਨਾ ਸੀ। ਉੱਥੇ ਤੇ ਇਹ ਦੇਖਿਆ ਜਾਣਾ ਹੈ ਕਿ ਉੱਥੇ ਚੰਗੇ ਕਰਮ ਕਿੰਨੇ ਕੀਤੇ ਆ ਤੇ ਮਾੜੇ ਕਿੰਨੇ ਕੀਤੇ ਆ। ਚੰਗੇ ਆਈਆਂ, ਬੁਰੇ ਆਈਆਂ, ਵਾਚਾ ਧਰਮ ਹਜ਼ੂਰ। ਉਹਦੀ ਹਜ਼ੂਰੀ ਵਿੱਚ ਤਾਂ ਆਹ ਵਾਚਿਆ ਜਾਣਾ। ਵਾਚਿਆ ਦਾ ਮਤਲਬ ਸਰਚ ਕੀਤਾ ਜਾਣਾ ਵੀ ਤੇਰੇ ਕੋਲ ਚੰਗਿਆਈਆਂ ਕਿੰਨੀਆਂ ਤੇ ਬੁਰਾਈਆਂ ਕਿੰਨੀਆਂ ਨੇ, ਕਿਉਂਕਿ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ। ਸਾਹਿਬ ਕਹਿੰਦੇ ਆ ਮਾੜੇ ਕਰਮ ਚੰਗੇ ਕਰਮ ਇਹੀ ਤੇਰੇ ਅਸਲ ਮਿੱਤਰ ਨੇ, ਜਿਨ੍ਹਾਂ ਨੇ ਅੱਗੇ ਤੁਰਨਾ ਹੈ। ਆਪਾਂ ਕਰਮ ਕਰਕੇ ਹੀ ਤਾਂ ਆਏ ਹੋਏ ਹਾਂ, ਕਰਮ ਹੀ ਫਲ ਅਸੀਂ ਸਾਰੇ ਕਰਮ ਫਲ ਹੀ ਭੋਗ ਰਹੇ ਹਾਂ। ਜਿੰਨੀਆਂ ਵੀ ਜੂਨਾਂ ਨੇ ਨਾ, 84 ਲੱਖ ਜੂਨ ਉਪਾਈ, ਇਹ ਜਿੰਨੀਆਂ ਵੀ ਜੂਨਾਂ ਨੇ ਇਹ ਕਰਮ ਫਲ ਹੀ ਭੋਗ ਰਹੀਆਂ ਨੇ। ਤੇ ਅਸੀਂ ਗੁਰਦੁਆਰਾ ਸਾਹਿਬ ਕਿਉਂ ਆਉਣਾ, ਬਾਣੀ ਕਿਉਂ ਪੜ੍ਹਨੀ ਹੈ? ਇਸ ਲਈ ਪੜ੍ਹਨੀ ਹੈ ਕਿ ਸਾਨੂੰ ਕਰਮ ਕਰਨ ਦੀ ਜਾਚ ਆ ਜਾਏ। ਜਿਹੜੇ ਹੁਣ ਤੱਕ ਕਰਮ ਕਰਦੇ ਆਏ ਆ ਉਹਨੂੰ ਛੱਡ ਕੇ ਉਹ ਕਰਮ ਕਰੀਏ ਜਿਹਦੇ ਨਾਲ ਸਾਡਾ ਉਸ ਮਾਲਕ ਦੇ ਦਰ ਤੇ ਸਾਡੀ ਪ੍ਰਵਾਨਗੀ ਹੋ ਜਾਏ, ਉਹਦੇ ਦਰ ਤੇ ਅਸੀਂ ਕਬੂਲ ਹੋ ਜਾਈਏ, ਉਹਦੇ ਦਰ ਤੇ ਸਾਡੀ ਢੋਈ ਬਣ ਜਾਏ। ਅਸੀਂ ਹੁਣ ਤੱਕ ਜਿਹੜੇ ਕਰਮ ਕਰਦੇ ਆਏ ਆ ਉਹ ਕਰਮ ਦਾ ਫਲ ਭੋਗ ਰਹੇ ਹਾਂ। ਬਹੁਤਾਤ ਵਿੱਚ ਇਹੀ ਸੁਣਨ ਨੂੰ ਆਉਂਦਾ ਹੈ ਕਿ ਅਸੀਂ ਤੇ ਪਾਠ ਬੜਾ ਕੀਤਾ ਪਰ ਦੁੱਖ ਨਹੀਂ ਜਾਂਦਾ। ਅਸੀਂ ਤੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਸਾਡੇ ਨਾਲ ਹੀ ਮਾੜਾ ਕਿਉਂ ਹੋ ਰਿਹਾ? ਅਕਸਰ ਇਹ ਗੱਲਾਂ ਹੁੰਦੀਆਂ ਨੇ, ਇਹ ਸਵਾਲ ਕੀਤੇ ਜਾਂਦੇ ਆ ਵੀ ਤੁਸੀਂ ਕਹਿੰਦੇ ਹੋ ਪਾਠ ਕਰੋ, ਅਸੀਂ ਤੇ ਇੰਨਾ ਪਾਠ ਕਰਦੇ ਹਾਂ ਫਿਰ ਵੀ ਸਾਨੂੰ ਇੰਨਾ ਦੁੱਖ ਆਉਂਦਾ ਹੈ। ਠੀਕ ਹੈ, ਪਾਠ ਅਸੀਂ ਅੱਜ ਕਰਨ ਲੱਗੇ ਹਾਂ, ਪਰ ਕਰਮ ਕਦੋਂ ਦੇ ਕਰਦੇ ਆ ਰਹੇ ਹਾਂ? ਹੁਣ ਜਿਹੜਾ ਬੀਜ ਬੀਜਿਆ ਹੈ ਉਹ ਇੱਕ ਦਿਨ ਪੁੰਗਰਨਾ ਵੀ ਤੇ ਹੈ। ਕੋਈ ਫਸਲ ਜਿਹੜਾ ਉਹ ਬੀਜ ਮਹੀਨੇ 'ਚ ਪੁੰਗਰ ਜਾਂਦਾ ਹੈ, ਕਿਸੇ ਨੂੰ 6 ਮਹੀਨੇ ਲੱਗਦੇ ਆ। ਕੋਈ ਫਸਲ 2 ਮਹੀਨੇ 'ਚ ਤਿਆਰ ਹੋ ਜਾਂਦੀ ਹੈ, ਕੋਈ 6 ਮਹੀਨੇ, ਕੋਈ ਸਾਲ ਵਿੱਚ ਤਿਆਰ ਹੁੰਦੀ ਹੈ। ਜਿਹੜੇ ਅਸੀਂ ਕਰਮ ਕੀਤੇ ਆ, ਖੇਡ ਤਾਂ ਕਰਮ ਦੀ ਹੈ। ਕਰਮ ਤੋਂ ਬਿਨਾਂ ਫਲ ਨਹੀਂ। ਬੀਜ ਹੈ ਤਾਂ ਫਲ ਹੈ, ਜੇ ਬੀਜ ਨਹੀਂ ਤਾਂ ਫਲ ਵੀ ਨਹੀਂ ਹੈ। ਕੋਈ ਐਸਾ ਫਲ ਨਹੀਂ ਜਿਹੜਾ ਬੀਜ ਤੋਂ ਬਿਨਾਂ ਹੋਵੇ। ਇਹਨਾਂ ਤੇ ਆਪਾਂ ਨੂੰ ਸਮਝ ਸੋਝੀ ਹੈ ਨਾ। ਆ ਜਿੰਨੇ ਵੀ ਫਲ ਆਪਾਂ ਦੇਖ ਰਹੇ ਹਾਂ, ਇਹ ਫਲ ਜੇ ਹੈ ਤੇ ਇਹਦਾ ਮਤਲਬ ਬੀਜ ਵੀ ਹੈ। ਬੀਜ ਤੋਂ ਬਿਨਾਂ ਕੋਈ ਫਲ ਨਹੀਂ ਹੁੰਦਾ। ਕੋਈ ਐਸਾ ਫਲ ਹੈ ਜਿਹਨੂੰ ਕਹੀਏ ਵੀ ਇਹ ਬੀਜ ਤੋਂ ਬਿਨਾਂ ਹੀ ਹੋ ਗਿਆ, ਤੇ ਕਰਮ ਤੋਂ ਬਿਨਾਂ ਫਲ ਕਿੱਦਾਂ ਮਿਲ ਜਾਏਗਾ? ਇਸ ਲਈ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਕਹਿੰਦੇ ਨੇ ਜੋ ਕੀਤਾ ਸੀ ਉਹੀ ਪਾਇਆ। ਰੱਬ ਜੀ ਨੂੰ ਕੋਈ ਸ਼ੌਂਕ ਨਹੀਂ ਹੈ ਵੀ ਇਹਨੂੰ ਸੁੱਖ ਦੇਣਾ ਤੇ ਉਹਨੂੰ ਦੁੱਖ ਦੇਣਾ। ਇਹ ਰੱਬ ਜੀ ਨੂੰ ਕੋਈ ਸ਼ੌਂਕ ਨਹੀਂ ਹੈ। ਜਾਂ ਉਹ ਆਪਣੀ ਮਨ ਮਰਜ਼ੀ ਨਹੀਂ ਵੀ ਇਹਨੂੰ ਮੈਂ ਦੁਖੀ ਕਰਨਾ, ਇਹਨੂੰ ਸੁਖੀ ਕਰਨਾ। ਨਹੀਂ, ਰੱਬ ਜੀ ਨੇ ਤੇ ਦੁਨੀਆ ਵਿੱਚ ਕੁਦਰਤ ਵਿੱਚ ਸਾਨੂੰ ਭੇਜ ਦਿੱਤਾ ਇਹ ਕਹਿ ਕੇ ਵੀ ਤੇਰੇ ਸਾਹਮਣੇ 2 ਰਾਹ ਨੇ, ਤੂੰ ਚੁਣ ਲੈ। ਜਿਹੜਾ ਰਾਹ ਚੁਣੇਗਾ ਉਦਾਂ ਦੀ ਮੰਜ਼ਿਲ ਮਿਲ ਜਾਏਗੀ ਤੈਨੂੰ। ਹੁਣ ਉਹ ਰਸਤੇ ਦੀ ਚੋਣ ਕਰਨ ਵਾਲੇ ਤੇ ਆਪਾਂ ਹੀ ਹਾਂ। ਤੇ ਜੇ ਅਸੀਂ ਰਸਤੇ ਦੀ ਚੋਣ ਕੀਤੀ ਹੈ ਤੇ ਫਿਰ ਇਹਦਾ ਮਤਲਬ ਜੋ ਮੈਂ ਰਸਤਾ ਚੁਣਿਆ ਫਿਰ ਜੋ ਉਹ ਮਿਲੇਗਾ, ਫਿਰ ਉਹ ਮੇਰੀ ਆਪਣੀ ਸੋਚ ਦਾ ਫਲ ਹੈ। ਇਸ ਲਈ ਸਾਨੂੰ ਗੁਰਬਾਣੀ ਕੀ ਸਿਖਾਉਂਦੀ ਹੈ? ਗੁਰਬਾਣੀ ਸਿਖਾਉਂਦੀ ਹੈ ਵੀ ਤੂੰ ਹੁਣ ਤੱਕ ਜਿਹੜੇ ਕਰਮ ਕਰਦਾ ਆਇਆ ਉਹ ਅੱਗੋਂ ਦੀ ਬੇਨਤੀ ਕਰ ਕਿ ਮਾੜੇ ਕਰਮਾਂ ਤੋਂ ਸੰਗ ਛੁੱਟ ਜਾਏ ਤੇ ਚੰਗੇ ਕਰਮ ਕਰਨ ਦੀ ਜਾਚ ਆ ਜਾਏ। ਪਿਛਲੇ ਅਵਗਣ ਬਖਸ਼ ਲਿਓ ਪ੍ਰਭ, ਆਗੇ ਮਾਰਗ ਪਾਵੋ। ਅਸੀਂ ਗੁਰੂ ਸਾਹਿਬ ਦੇ ਦਰ ਤੇ ਇਹ ਬੇਨਤੀ ਕਰਨਾ ਆ। ਤੇ ਜੇ ਅਸੀਂ ਹੁਣ ਜਿਵੇਂ ਬਾਣੀ ਵਿੱਚ ਆਪਾਂ ਪੜ੍ਹਦੇ ਹਾਂ, ਕਹਿਣ ਲੱਗੇ ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਜੋ ਬੀਜਿਆ ਸੀ ਉਹ ਤੇ ਖਾ ਰਹੇ ਹਾਂ, ਤੇ ਜੇ ਅੱਗੋਂ ਬੀਜਾਂਗੇ ਹੀ ਨਹੀਂ ਤੇ ਫਿਰ ਖਾਵਾਂਗੇ ਕੀ?
ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਹੁਣ ਵੱਤਰ, ਹੁਣ ਸਮਾਂ ਹੈ, ਹੁਣ ਅਸੀਂ ਬੀਜ ਨਹੀਂ ਰਹੇ ਤੇ ਅੱਗੋਂ ਖਾਵਾਂਗੇ ਕੀ, ਫਿਰ ਭੁੱਖੇ ਰਹਿਣਾ ਪੈਣਾ। ਜੋ ਬੀਜਿਆ ਸੀ ਉਹ ਖਾ ਰਹੇ ਹਾਂ, ਜਿਹਾ ਬੀਜਿਆ ਸੋ ਲੁਣੇ, ਕਰਮਾਂ ਸੰਦੜਾ ਖੇਤ। ਇੱਕ ਕਰਮ ਰੂਪੀ ਮਿੱਤਰ ਸਾਡੇ ਨਾਲ ਚੱਲਦਾ ਹੀ ਰਹਿਣਾ, ਇਹ ਚੱਲਦਾ ਹੀ ਰਹਿਣਾ। ਕੋਈ ਨਾ ਕੋਈ ਚੰਗਾ ਬੀਜ ਬੀਜਿਆ ਹੋਏਗਾ ਜੇ ਅੱਜ ਆਪਾਂ ਇੱਥੇ ਬੈਠੇ ਹਾਂ। ਕੋਈ ਨਾ ਕੋਈ ਤੇ ਕਰਮ ਚੰਗਾ ਕੀਤਾ ਹੋਏਗਾ ਨਾ, ਜੋ ਸਾਨੂੰ ਗੁਰੂ ਦਾ ਦਰ ਨਸੀਬ ਹੋ ਗਿਆ, ਉਹਨੇ ਤਰਸ ਕੀਤਾ। ਸਾਡਾ ਕੋਈ ਨਾ ਕੋਈ ਤਾਂ ਚੰਗਾ ਬੀਜ ਸੀ ਜਿਹਨੂੰ ਵੇਖ ਕੇ ਉਹਨੇ ਤਰਸ ਕੀਤਾ ਤੇ ਸਤਿਗੁਰੂ ਸੱਜਣ ਮਿਲਿਆ। ਜਿਨ੍ਹਾਂ ਦੇ ਕੋਲ ਚੰਗਾ ਬੀਜ ਨਹੀਂ ਸੀ, ਭਾਗਹੀਨ ਭਰਮ ਚੋਟਾਂ ਖਾਵੇ, ਉਹ ਚੋਟਾਂ ਖਾ ਰਿਹਾ ਦਰ ਦੀਆਂ। ਉਹਨਾਂ ਨੂੰ ਗੁਰੂ ਦਾ ਦਰ ਸੰਗਤ ਨਸੀਬ ਨਹੀਂ ਹੋ ਪਾ ਰਹੀ, ਕਿਉਂਕਿ ਇੱਕ ਵੀ ਬੀਜ ਚੰਗਾ ਨਹੀਂ ਸੀ, ਇੱਕ ਵੀ ਕਰਮ ਚੰਗਾ ਨਹੀਂ ਸੀ। ਇੱਕ ਕਰਮ ਚੰਗਾ ਹੈ, ਇਹ ਕੋਈ ਨਾ ਕੋਈ ਬੀਜ। ਹੁਣ ਕਦੋਂ ਬੀਜਿਆ ਸੀ ਸਾਨੂੰ ਆਪ ਨਹੀਂ ਪਤਾ, ਸਾਨੂੰ ਆਪ ਨਹੀਂ ਪਤਾ। ਬਹੁਤ ਐਸੇ ਪ੍ਰਾਣੀ ਆ ਜਿਨ੍ਹਾਂ ਦੀ ਜ਼ਿੰਦਗੀ ਵਿੱਚ 40-40, 50-50 ਸਾਲ ਗੁਜ਼ਰ ਗਏ, ਗੁਰੂ ਦੇ ਦਰ ਤੇ ਇੱਕ ਵਾਰੀ ਵੀ ਨਹੀਂ ਆਏ। 50-50 ਸਾਲ ਗੁਜ਼ਰ ਗਏ, ਕਹਿੰਦੇ ਅਸੀਂ ਕਦੇ ਕਿਤੇ ਮਗਰ ਲੱਗ ਜਾਂਦੇ ਸੀ, ਕਦੇ ਕਿਸੇ ਦੇ ਮਗਰ ਲੱਗ ਜਾਂਦੇ। ਹੁਣ ਪਤਾ ਨਹੀਂ ਕੀ ਖੇਡ ਬਣੀ ਤੇ ਗੁਰੂ ਦੇ ਦਰ ਤੇ ਜੁੜ ਗਏ। 50 ਸਾਲ ਸਮਾਂ ਬੀਤ ਗਿਆ, ਇਹਦਾ ਮਤਲਬ ਕਿਤੇ ਕੋਈ ਚੰਗਾ ਬੀਜ ਪੈ ਗਿਆ ਸੀ, ਉਹ ਹੁਣ ਪੁੰਗ ਰਿਹਾ 50 ਸਾਲ 'ਚ, ਉਹ ਹੁਣ ਪੁੰਗ ਰਿਹਾ 20 ਸਾਲ 'ਚ, ਉਹ ਹੁਣ ਪੁੰਗ ਰਿਹਾ 30 ਸਾਲ ਵਿੱਚ। ਨਹੀਂ ਤੇ ਪਹਿਲਾਂ ਤੇ 20 ਵਾਰੀ ਅਸੀਂ ਗੁਰੂ ਦੇ ਦਰ ਤੋਂ ਆ ਸਾਹਮਣੇ 20 ਵਾਰੀ ਲੰਘ ਗਏ ਹੋਵਾਂਗੇ, ਕੋਈ 50 ਵਾਰੀ ਲੰਘ ਗਿਆ ਹੋਏਗਾ। ਪਰ ਅੱਜ ਕਿਉਂ ਰੁਕ ਗਏ ਕਦਮ? ਕਿਉਂਕਿ ਅੱਜ ਤੇਰਾ ਬੀਜ ਪੁੰਗਰ ਗਿਆ ਹੈ। ਉਹ ਜਿਹੜਾ ਬੀਜ ਪਾਇਆ ਸੀ ਉਹ ਪੁੰਗਰ ਗਿਆ। ਗੱਲ ਕਰਮ ਦੀ ਹੈ, ਕਰਮ ਦੀ ਖੇਡ ਹੈ ਸਾਰੀ। ਕਰਮੀ ਆਪੋ ਆਪਣੀ ਕੇ ਨੇੜੇ ਕਿ ਦੂਰ। ਮਾਰੇ ਕਹਿੰਦੇ ਉਹਦੇ ਦਰ ਤੇ ਬਚਿਆ ਵੀ ਇਹੀ ਜਾਣਾ, ਉੱਥੇ ਤੇਰੇ ਬਾਹਰ ਦੇ ਨਾਮ ਦੀ ਪੁੱਛ ਗਿੱਛ ਨਹੀਂ ਹੋਣੀ। ਆ ਬਾਹਰ ਆਧਾਰ ਕਾਰਡ ਨਹੀਂ ਉੱਥੇ ਦੇਖਿਆ ਜਾਣਾ, ਉੱਥੇ ਆ ਤੇਰੇ ਬਾਹਰ ਦਾ ਵੋਟਰ ਕਾਰਡ ਨਹੀਂ ਦੇਖਿਆ ਜਾਣਾ, ਇਹ ਬਾਹਰ ਦੀ ਪਹਿਚਾਣ ਤੇਰੀ ਉੱਥੇ ਨਹੀਂ ਵੇਖੀ ਜਾਣੀ ਸਰੀਰ ਵਾਲੀ। ਉੱਥੇ ਤਾਂ ਅੰਦਰ ਦੀ ਖੇਡ ਵੇਖੀ ਜਾਣੀ ਆ ਵੀ ਤੇਰੇ ਅੰਦਰ ਕੀ ਹੈ। ਗੁਰਬਾਣੀ ਨੇ ਬਾਹਰੋਂ ਨਹੀਂ ਅੰਦਰੋਂ ਸਵਾਰਿਆ ਸਾਨੂੰ। ਪਹਿਲਾ ਸ਼ਬਦ ਬੜੀ ਵਾਰ ਤੁਹਾਡੇ ਨਾਲ ਜ਼ਿਕਰ ਕੀਤਾ ਹੈ, ਗੁਰੂ ਅਮਰਦਾਸ ਜੀ ਨੇ ਪਹਿਲਾ ਸ਼ਬਦ ਹੀ ਇਹ ਸੁਣਿਆ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪਏ। ਅਸੀਂ ਕਿਉਂਕਿ ਕਰਮ ਸਰੀਰ ਨੇ ਨਹੀਂ ਬਣਾਉਣਾ, ਕਰਮ ਬਣਾਉਣਾ ਸਾਡੇ ਮਨ ਨੇ। ਜਿਹਦੇ ਵਿੱਚ ਮਨ ਸ਼ਾਮਲ ਹੋਏਗਾ ਉਹ ਕਰਮ ਬਣਨਾ ਹੈ। ਸਰੀਰ ਕਰਕੇ ਅਸੀਂ ਹਰਕਤਾਂ ਜਿੰਨੀ ਮਰਜ਼ੀ ਕਰ ਲਈਏ, ਪਰ ਫਲ ਉਹਨੂੰ ਲੱਗਣਾ ਜੋ ਮਨ ਕਰ ਰਿਹਾ ਹੈ। ਜੋ ਮਨ ਕਰ ਰਿਹਾ ਉਹਨੂੰ ਫਲ ਲੱਗਣਾ, ਕਿਉਂਕਿ ਮਨ ਰਾਹੀਂ ਬੀਜ ਬੀਜਿਆ ਜਾਣਾ ਹੈ, ਇਹ ਸਰੀਰ ਕਰਕੇ ਨਹੀਂ। ਜੇ ਸਰੀਰ ਵੀ ਮਾੜੇ ਪਾਸੇ ਜਾਂਦਾ ਹੈ, ਚੰਗੇ ਪਾਸੇ ਜਾਂਦਾ ਹੈ, ਪਰ ਇਹਨੂੰ ਲਿਜਾਣ ਵਾਲਾ ਕੌਣ ਹੈ? ਮਨ। ਮਨ ਨਹੀਂ ਚੰਗੇ ਪਾਸੇ ਲਿਜਾਣਾ ਹੈ, ਮਨ ਨਹੀਂ ਮਾੜੇ ਪਾਸੇ ਲਿਜਾਣਾ ਹੈ। ਇਹਦਾ ਮਤਲਬ ਕਰਮ ਵੀ ਮਨ ਦੇ ਰਾਹੀਂ ਹੀ ਹੋਣਾ ਹੈ। ਤੇ ਬਾਰ-ਬਾਰ ਸਮਝਾਇਆ ਕਿਹਨੂੰ ਹੈ ਗੁਰਬਾਣੀ ਵਿੱਚ? ਤਨ ਨੂੰ ਨਹੀਂ ਸਮਝਾਇਆ, ਬਾਰ-ਬਾਰ ਮਨ ਨੂੰ ਸਮਝਾਇਆ। ਮਨਾ ਤੂੰ ਨਾਮ ਦੀ ਸੰਭਾਲ ਕਰ, ਮਨਾ ਇਹ ਭੈੜੀ ਮੱਤ ਛੱਡ ਦੇ, ਮਨਾ ਤੂੰ ਇਸ ਰਾਹ ਤੁਰ, ਮਨ ਤੂੰ ਚੰਚਲਤਾ ਛੱਡ ਦੇ, ਕਿਉਂਕਿ ਮਨ ਨੇ ਕਰਮ ਬਣਾਉਣਾ ਹੈ। ਤੇ ਫਿਰ ਸਾਨੂੰ ਤਰੀਕਾ ਵੀ ਦੱਸਿਆ ਵੀ ਜੇ ਨਹੀਂ ਪਤਾ ਤੇ ਆ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ। ਗੁਰੂ ਸਾਹਿਬ ਅਨੁਸਾਰ ਕਰਮ ਕਰਕੇ ਤਾਂ ਵੇਖੋ, ਆਗਿਆ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ, ਫਿਰ ਡੋਲਤ ਕਤ ਹੋਣਾਈ। ਜੇ ਗੁਰੂ ਦੀ ਮੱਤ ਅਨੁਸਾਰ ਕਰਮ ਕਰਾਂਗੇ ਆਪਾਂ। ਖੈਰ ਇੱਥੇ ਮਹਾਰਾਜ ਜੀ ਨੇ ਕਿਹਾ ਤੀਜੇ ਕਰਮ ਉਹ ਨੇ ਜਿਹੜੇ ਇਸ ਬੰਦੇ ਦੀ ਜੀਵ ਦੇ ਸੰਗੀ ਬਣਦੇ ਨੇ। ਦੋ ਮਿੱਤਰ ਸਾਥ ਛੁੱਟ ਗਿਆ, ਤੀਸਰਾ ਮਿੱਤਰ ਹੁੰਦਾ ਬੰਦੇ ਦਾ ਕਰਮ। ਉਹ ਹੁਣ ਚੰਗਾ ਹੋਵੇ ਮਾੜਾ ਹੋਵੇ, ਉਹੀ ਇਹਦੇ ਨਾਲ ਇਹਦਾ ਸੰਗੀ ਬਣਦਾ ਹੈ। ਬੁਰੇ ਕੇ ਭਲੇ ਕਰੇ ਹੈ ਜੈਸੇ, ਭਾਵੇਂ ਬੁਰੇ ਕਰਮ ਕੀਤੇ ਆ, ਭਾਵੇਂ ਚੰਗੇ ਕਰਮ ਕੀਤੇ ਆ, ਇਹੀ ਸਾਡੇ ਸੰਗੀ ਬਣਦੇ ਹਨ। ਫਲ ਦੇਵੈ ਤਿਸ ਹਟੈ ਨਾ ਕੈਸੇ। ਹੁਣ ਮਾਲਕ ਨੇ ਜਿਹੜਾ ਫਲ ਦੇਣਾ ਉਹ ਸਾਡੇ ਮੰਦੇ ਤੇ ਚੰਗੇ ਕਰਮ ਕਰਕੇ ਦੇਣਾ ਹੈ, ਤੇ ਜੋ ਉਹਨੇ ਫਲ ਦੇਣਾ ਉਹਨੂੰ ਕੋਈ ਹਟਾ ਨਹੀਂ ਸਕਦਾ। ਲੇਖ ਨਾ ਮਿਟਾਈ ਇਹ ਸਖੀ ਜੋ ਲਿਖਿਆ ਕਰਤਾਰ। ਉਹਨੇ ਬਾਹਰੋਂ ਨਹੀਂ, ਬਾਹਰੋਂ ਤੇ ਅਸੀਂ 100 ਗੁਣਾ ਚੰਗੇ ਆ, ਪਰ ਜਿੰਨੇ ਅਸੀਂ ਬਾਹਰੋਂ ਚੰਗੇ ਆ ਮਾਫ ਕਰਨਾ, ਉਨੇ ਅੰਦਰੋਂ ਅਸੀਂ ਮਾੜੇ ਵੀ ਆ। ਜਿੰਨੇ ਅਸੀਂ ਬਾਹਰੋਂ ਸ਼ੁਭ ਗੁਣਾਂ ਦੇ ਧਾਰਨੀ ਬਣ ਕੇ ਵਿਖਾ ਰਹੇ ਹਾਂ, ਉਨੇ ਅੰਦਰੋਂ ਅਵਗੁਣਾਂ ਨਾਲ ਭਰੇ ਪਏ ਆ। ਹੁਣ ਬੰਦੇ ਨੂੰ ਜੇ ਕਹੋ ਵੀ ਤੇਰੇ 'ਚ ਅਵਗੁਣ ਇੰਨੇ ਨੇ ਜਿੰਨਾ ਸਮੁੰਦਰ 'ਚ ਪਾਣੀ ਭਰਿਆ, ਮੰਨੇਗਾ? ਕਦੇ ਨਹੀਂ ਮੰਨੇਗਾ। ਉਹ ਕਹੇਗਾ ਵੀ ਇੰਨੇ ਅਵਗੁਣ ਮੇਰੇ 'ਚ ਹੋ ਸਕਦੇ ਆ। ਮਾਰੇ ਕਹਿੰਦੇ ਨਹੀਂ, ਹਾਂ ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ, ਤੈਨੂੰ ਕਿੰਨੇ ਅਵਗੁਣ ਨਜ਼ਰ ਆਉਣਗੇ। ਬਾਹਰੋਂ ਦੇਖਣ ਨੂੰ ਬੰਦਾ ਚੰਗਾ ਭਲਾ ਲੱਗਦਾ ਹੈ, ਅਸੀਂ ਕਹਿੰਦੇ ਇਹਨੂੰ ਤੇ ਕੁਝ ਨਹੀਂ ਹੋਇਆ ਹੋਣਾ। ਅੰਦਰ ਜਦੋਂ ਚੈੱਕਅਪ ਕਰਾਇਆ ਤੇ ਬਿਮਾਰੀਆਂ ਹੀ ਬਿਮਾਰੀਆਂ ਨਿਕਲੀਆਂ। ਪਰ ਦੇਖਣ ਨੂੰ ਤੇ ਸਰੀਰ ਕਰਕੇ ਚੰਗਾ ਭਲਾ ਲੱਗਦਾ ਹੈ, ਪਰ ਜਦੋਂ ਅੰਦਰ ਮਾਰੀ ਝਾਤ ਤੇ ਅੰਦਰ 100 ਬਿਮਾਰੀਆਂ ਨਿਕਲ ਆਈਆਂ। ਇਹੀ ਹਾਲਤ ਹੈ ਸਾਡੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਅਵਗੁਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ। ਅਸੀਂ ਗੁਰਦੁਆਰੇ ਆਏ ਹੀ ਕਿਉਂ ਆ? ਅਸੀਂ ਭੁੱਲ ਚੁੱਕੇ ਹਾਂ ਅਸੀਂ ਗੁਰਦੁਆਰੇ ਕਿਉਂ ਆਉਂਦੇ ਹਾਂ, ਸਾਨੂੰ ਆਉਣਾ ਕਿਉਂ ਚਾਹੀਦਾ ਸੀ, ਅਸੀਂ ਭੁੱਲ ਗਏ। ਅਸੀਂ ਤੇ ਬਾਹਰ ਦੀਆਂ ਅਰਦਾਸਾਂ ਲੈ ਕੇ ਆਏ, ਕਰਾ ਕੇ ਚਲੇ ਗਏ, ਅੰਦਰ ਦੀ ਅਰਦਾਸ ਤੇ ਸ਼ੁਰੂ ਹੀ ਨਹੀਂ ਹੋਈ, ਉਹ ਤੇ ਕੀਤੀ ਨਹੀਂ। ਜਿਹਨੂੰ ਸਮਝ ਆ ਗਈ ਉਹ ਤਾਂ ਅੰਦਰ ਦੀ ਅਰਦਾਸ ਲੈ ਕੇ ਆਇਆ। ਅਸੀਂ ਖਤੇ ਬਹੁਤ ਕਮਾਉਂਦੇ ਅੰਤ ਨਾ ਪਾਰਾਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹਾਂ ਪਾਪੀ ਵੱਡ ਗੁਨਾਹਗਾਰ। ਕਿਉਂਕਿ ਅੱਗੇ ਚੰਗਿਆਈਆਂ ਬੁਰਾਈਆਂ ਵਾਚਿਆ ਧਰਮ ਹਦੂਰ ਹੈ। ਮੈਂ ਨਹੀਂ ਚਾਹੁੰਦਾ ਕਿ ਮਾਲਕ ਦੇ ਦਰ ਤੇ ਮੇਰੀਆਂ ਬੁਰਾਈਆਂ ਵਾਚੀਆਂ ਜਾਣ। ਮੈਂ ਚਾਹੁੰਦਾ ਵੀ ਮਾਲਕ ਦੇ ਦਰ ਤੇ ਚੰਗੇ ਕਰਮ ਮੇਰੇ ਮਿੱਤਰ ਬਣ ਕੇ ਜਾਣ, ਮਾੜੇ ਮਿੱਤਰ ਨਾ ਮੈਂ ਨਾਲ ਲੈ ਕੇ ਜਾਵਾਂ, ਚੰਗੇ ਮਿੱਤਰ। ਇਸ ਲਈ ਮੈਂ ਗੁਰੂ ਸਾਹਿਬ ਤੁਹਾਡੇ ਦਰ ਤੇ ਆਇਆ। ਹਮ ਅਵਗੁਣ ਭਰੇ ਏਕ ਗੁਣ ਨਹੀਂ, ਅੰਮ੍ਰਿਤ ਛਾੜ ਵਿਖੈ ਵਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਸ ਲਈ ਤੁਹਾਡੇ ਦਰ ਤੇ ਇਸ ਲਈ ਆਇਆ ਕਿ ਲਿਖਿਆ ਕਤੇ ਨਾ ਛੁੱਟੀ ਹੈ ਖਿੰਨ ਖਿੰਨ ਭੂਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤਾਂ ਕਿ ਜਦੋਂ ਮੇਰਾ ਇਹ ਕਰਮ ਮੇਰੇ ਨਾਲ ਚੱਲੇ ਤੇ ਮੇਰੇ ਚੰਗੇ ਕਰਮ ਨਾਲ ਜਾਣ, ਮਾੜੇ ਨਾ ਜਾਣ, ਮਾੜਿਆਂ ਤੋਂ ਸੰਗ ਛੁੱਟ ਜਾਏ ਮੇਰਾ। ਤੇ ਤਾਂ ਹੀ ਤੇ ਮਹਾਰਾਜ ਕਿਹਾ ਸੀ ਵੀ ਜਿੱਥੇ ਤੂੰ ਮਾੜੇ ਕਰਮ ਕਰਦਾ ਨਾ, ਉਹ ਸਾਕਤ ਦਾ ਸੰਗ ਹੀ ਨਾ ਕਰ। ਸਾਕਤ ਸੰਗ ਨਾ ਕੀਜੀਏ ਦੂਰੈ ਜਾਈਏ ਭਾਗ। ਜੇ ਤੂੰ ਚਾਹੁੰਦਾ ਵੀ ਮੇਰੇ ਮਾੜੇ ਕਰਮ ਮੇਰੇ ਨਾਲ ਨਾ ਜਾਣ, ਮੈਂ ਚੰਗੇ ਕਰਮ ਦਾ ਫਲ ਭੋਗਾਂ, ਫਿਰ ਮਾੜੀ ਸੰਗਤ ਤੋਂ ਪਿੱਛੇ ਹਟ ਜਾ, ਮਾੜੀ ਸੰਗਤ ਤੋਂ ਮੁੱਖ ਮੋੜ ਲੈ। ਮਾੜੀ ਸੰਗਤ, ਹੁਣ ਮਾੜੀ ਸੰਗਤ ਨਹੀਂ ਜ਼ਰੂਰੀ ਨਹੀਂ ਕਿ ਬਾਹਰੋਂ, ਅੰਦਰ ਵੀ ਹੈ ਮਾੜੀ ਸੰਗਤ। ਆ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਸੰਗਤ, ਇਹ ਮਾੜੀ ਹੋਈ ਹੈ। ਅਸੀਂ ਸੰਗਤ ਕਰਨੀ ਹੈ ਸਤ ਸੰਤੋਖ ਦਇਆ ਧਰਮ ਦੀ, ਇਹ ਸੰਗਤ ਕਰਨੀ ਹੈ। ਇਸ ਲਈ ਮਹਾਰਾਜ ਨੇ ਆਖਿਆ ਜਦੋਂ ਅਸੀਂ ਪਾਠ ਕਰਦੇ ਹਾਂ ਨਾ, ਤੇ ਅਸੀਂ ਅਰਦਾਸ ਕਰੀਏ ਵੀ ਮਹਾਰਾਜ ਜੀ ਆ ਜਿਹੜੀ ਮਾੜੀ ਸੰਗਤ ਮੇਰੇ ਅੰਦਰ ਬੈਠੀ ਹੈ ਨਾ, ਇਹਨੂੰ ਕੱਢ ਦਿਓ ਬਾਹਰ ਤੁਸੀਂ। ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਹੈ ਗੁਰਦੇਵ ਜੀ ਕਿਰਪਾ ਕਰ ਦਿਓ, ਮੈਂ ਮਾੜੀ ਸੰਗਤ ਦੇ ਵਿੱਚ ਰਹਿ ਕੇ ਮਾੜੇ ਕਰਮ ਨਹੀਂ ਕਰਨਾ ਚਾਹੁੰਦਾ। ਮੈਨੂੰ ਪਤਾ ਲੱਗ ਗਿਆ ਵੀ ਇਹੀ ਮੇਰੇ ਅਸਲ ਮਿੱਤਰ ਨੇ। ਇਹਨਾਂ ਨੇ ਮੇਰਾ ਸਰੀਰ ਸਾਥ ਛੱਡ ਦੇਗਾ, ਪਰ ਕਰਮ ਨੇ ਸਾਥ ਨਹੀਂ ਛੱਡਣਾ। ਇਹ ਕਰਮ ਮੇਰੇ ਨਾਲ ਚੱਲਣਾ ਹੈ, ਕਰਮ ਦਾ ਫਲ ਮੈਂ ਅੱਗੇ ਜਾ ਕੇ ਭੋਗਣਾ ਹੈ। ਜੇ ਸਾਨੂੰ ਇਹ ਪਤਾ ਲੱਗ ਜਾਏ ਤੇ ਅਸੀਂ ਮਾੜੀ ਸੰਗਤ ਕਰਾਂਗੇ ਹੀ ਕਿਉਂ? ਜੇ ਪਤਾ ਵੀ ਮਾੜੇ ਕਰਮ ਕਰਾਂਗੇ, ਮਾੜਾ ਬੀਜ ਪਾਵਾਂਗੇ ਤੇ ਫਲ ਵੀ ਮਾੜਾ ਹੀ ਮਿਲਣਾ ਹੈ। ਐਸਾ ਹੋਇਆ ਕਿ ਬੀਜਿਆ ਬਿਖ ਮੰਗੇ ਅੰਮ੍ਰਿਤ ਵੇਖੋ ਇਹਨੇ ਆਓ, ਜ਼ਹਿਰ ਬੀਜ ਕੇ ਕਿਸੇ ਨੂੰ ਅੰਮ੍ਰਿਤ ਮਿਲ ਗਿਆ ਹੋਵੇ। ਕਿੱਕਰ ਦਾ ਬੂਟਾ ਲਾਇਆ ਹੋਵੇ ਤੇ ਕਹੀਏ ਵੀ ਸਾਨੂੰ ਦਾਖਾਂ ਲੱਗ ਜਾਣ, ਕਿਵੇਂ ਲੱਗ ਸਕਦੀਆਂ? ਜੋ ਬੀਜਿਆ ਉਹੀ ਖਾਣਾ ਪੈਣਾ ਹੈ, ਜੋ ਬੀਜਿਆ ਉਹੀ ਵੱਢਣਾ ਪੈਣਾ ਹੈ। ਇਸ ਲਈ ਸਤਿਗੁਰੂ ਮਹਾਰਾਜ ਜੀ ਨੇ ਆਖਿਆ ਬੁਰੇ ਕਹਿ ਭਲੇ,
ਜਿਹੜੇ ਅਸੀਂ ਬੁਰੇ ਤੇ ਚੰਗੇ ਕਰਮ ਕਰਦੇ ਹਾਂ, ਇਹੀ ਸਾਡੇ ਕਰਮ ਸਾਡੇ ਮਿੱਤਰ ਬਣਦੇ ਹਨ। ਇਸ ਬੇਦ ਹਿਰਦੈ ਵਿਚਾਰ ਕਰੀਜੈ। ਇਸ ਲਈ ਸਤਿਗੁਰੂ ਜੀ ਕਹਿੰਦੇ ਆਪਣੇ ਹਿਰਦੇ ਵਿੱਚ ਵਿਚਾਰ ਕਰੋ ਵੀ 3 ਮਿੱਤਰ ਹਰ ਇੱਕ ਦੇ ਹੁੰਦੇ ਨੇ, 2 ਮਿੱਤਰਾਂ ਦਾ ਸਾਥ ਛੁੱਟ ਜਾਂਦਾ ਹੈ, ਤੀਜੇ ਮਿੱਤਰ ਸਾਡੇ ਸੰਗੀ ਬਣ ਕੇ ਸਾਡੇ ਨਾਲ ਚੱਲਦੇ ਨੇ। ਉਹੀ ਕਰਮ ਜਿਹੜੇ ਮਿੱਤਰ ਹੁੰਦੇ ਨੇ ਉਹਨਾਂ ਨਾਲ ਹੀ ਸਾਨੂੰ ਫਿਰ ਫਲ ਭੋਗਣ ਨੂੰ ਮਿਲਦਾ ਹੈ। ਜਿੱਦਾਂ ਦਾ ਸੰਗ ਕਰਾਂਗੇ ਫਲ ਉਦਾਂ ਦਾ ਹੀ ਮਿਲਣਾ ਹੈ, ਜਿੱਦਾਂ ਦੀ ਸੰਗਤ ਕਰਾਂਗੇ ਰੰਗਤ ਉਦਾਂ ਦੀ ਹੀ ਆਉਣੀ ਹੈ। ਇਸ ਲਈ ਮਹਾਰਾਜ ਜੀ ਨੇ ਆਖਿਆ ਕਿ ਆਪਣੇ ਹਿਰਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਵਿਚਾਰ ਲਵੋ ਜੀ। ਦਰਬ ਭਲੇ ਕਰਮਨ ਮੈਂ ਦੀਜੈ। ਇਸ ਲਈ ਆ ਜੋ ਇੰਨਾ ਧਨ ਇਕੱਤਰ ਕਰਕੇ ਬੈਠਾ ਹੋਇਆ ਨਾ, ਇਹ ਖਿੰਨ ਵਿੱਚ ਪਰਾਇਆ ਹੋ ਜਾਣਾ ਹੈ, ਅੱਖ ਝਮਕਦੇ ਸਮੇਂ 'ਚ ਪਰਾਇਆ ਹੋ ਜਾਣਾ ਹੈ। ਤੇ ਫਿਰ ਕਿਉਂ ਠੱਗੀਆਂ ਮਾਰਦਾ ਹੈ? ਇੱਕ ਬਚਨ ਆਪਾਂ ਬੜੀ ਵਾਰ ਪੜਿਆ, ਬਹੁ ਪਰਪੰਚ ਕਰ ਪਰ ਧਨ ਲਿਆਵੈ। ਬੜੇ ਪਰਪੰਚ ਕੀਤੇ, ਬੜੇ ਤਰ੍ਹਾਂ ਦੇ ਪਰਪੰਚ ਕੀਤੇ ਵੀ ਮੈਂ ਪਰਾਇਆ ਧਨ ਕਿਵੇਂ ਆਪਣਾ ਕਰਨਾ ਹੈ। ਬੜੀਆਂ ਜੁਗਤੀਆਂ ਬਣਾਈਆਂ, ਬੜੀ ਚਲਾਕੀਆਂ ਕੀਤੀਆਂ, ਪਰਾਇਆ ਧਨ ਆਪਣਾ ਕਿਵੇਂ ਕਰਨਾ ਹੈ। ਤੇ ਉਹ ਧਨ ਲਿਆ ਕੇ ਕੀ ਕੀਤਾ? ਘਰ ਵਿੱਚ ਧੀਆਂ ਪੁੱਤਰਾਂ ਤੇ ਲੁਟਾ ਦਿੱਤਾ। ਦੇਖੋ ਮੈਂ ਤੁਹਾਡੇ ਲਈ ਇੰਨਾ ਧਨ ਲੈ ਕੇ ਆਇਆ, ਤੇ ਅੱਗੋਂ ਉਹ ਵੀ ਬੜੇ ਖੁਸ਼ ਕਿ ਅੱਜ ਸਾਡੇ ਘਰ ਇੰਨਾ ਧਨ ਆ ਗਿਆ। ਉਹਨਾਂ ਨੇ ਵੀ ਨਹੀਂ ਪੁੱਛਿਆ ਵੀ ਲੈ ਕੇ ਕਿੱਥੋਂ ਆਇਆ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪੈ ਆਨ ਲੁਟਾਵੈ। ਦਾਰਾ ਇਸਤਰੀ ਨੂੰ ਕਹਿੰਦੇ ਆ। ਸੁਤ ਦਾਰਾ ਪੈ ਆਨ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ। ਹੁਣ ਉਹ ਜਿੰਨੇ ਵੀ ਘਰ ਦੇ 10 15 20 ਜਿੰਨੇ ਵੀ ਜਾਣੇ ਸੀ ਸਾਰਿਆਂ ਤੇ ਧਨ ਲੁਟਾ ਦਿੱਤਾ, ਪਰ ਕਰਮ ਤੇ ਇੱਕ ਨੇ ਕੀਤਾ ਨਾ। ਹੁਣ ਜਿਹਨੇ ਕਰਮ ਕੀਤਾ ਫਲ ਉਹਨੂੰ ਹੀ ਭੋਗਣਾ ਪੈਣਾ। ਇਸ ਲਈ ਕਹਿੰਦੇ ਆ ਵੀ ਤੂੰ ਕਿਉਂ ਐਵੇਂ ਆਪਣੇ ਪੈਰ ਤੇ ਕੁਹਾੜੀ ਮਾਰਨ ਲੱਗਾ ਹੋਇਆ? ਜੋ ਬੀਜ ਰਿਹਾ ਤੈਨੂੰ ਹੀ ਭੋਗਣਾ ਪੈਣਾ ਉਹਦਾ ਫਲ। ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ। ਪਾਪ ਕਮਾਉਣ ਲੱਗਿਆ ਤੇ 10 ਬੇਲੀ ਸੀ ਤੇਰੇ। ਜਦੋਂ ਪਾਪ ਕਮਾਉਣ ਲੱਗਾ 10 ਜਣਿਆਂ ਨੇ ਸਲਾਹ ਦੇ ਦਿੱਤੀ, 10 ਜਣਿਆਂ ਨੇ ਤੇਰਾ ਸਾਥ ਦੇ ਦਿੱਤਾ, ਤੇ ਜਦੋਂ ਫਲ ਭੋਗਣ ਲੱਗਾ ਤੇ ਉਦੋਂ ਤੈਨੂੰ ਇਕੱਲੇ ਨੂੰ ਮਿਲਿਆ, ਫਿਰ ਉਹ ਤੇਰੇ ਬੇਲੀ ਨਜ਼ਰ ਨਹੀਂ ਆਏ। ਜਿਹੜੇ ਤੇਰੇ ਬੇਲੀ ਬਣ ਕੇ ਤੇਰੇ ਕੋਲੋਂ ਪਾਪ ਕਰਾਉਂਦੇ ਰਹੇ, ਜਦੋਂ ਹੱਥ ਕੜੀ ਲੱਗਣ ਦਾ ਟਾਈਮ ਆਇਆ ਤੇਰੇ ਹੱਥ ਕੜੀ ਲੱਗ ਗਈ ਤੇ ਬੇਲੀ ਉਦੋਂ ਨਜ਼ਰ ਨਹੀਂ ਆਏ। ਉਹ ਕਹਿੰਦੇ ਅਸੀਂ ਨਹੀਂ ਜਾਣਦੇ ਇਹ ਕੌਣ ਹੈ, ਅਸੀਂ ਤੇ ਕਦੇ ਇਹਦੇ ਨਾਲ ਉੱਠੇ ਬੈਠੇ ਹੀ ਨਹੀਂ ਆ, ਮਿੰਟ ਵਿੱਚ ਮੁੱਕਰ ਜਾਣਗੇ ਉਹ। ਤੇ ਫਿਰ ਹੱਥ ਕੜੀ ਕਿਹਨੂੰ ਪੈ ਗਈ? ਪਾਪ ਕਮਾਉਣ ਲੱਗਿਆ ਤੇ 10 ਸਾਥੀ ਬਣ ਗਏ ਸੀ, ਪਰ ਜਦੋਂ ਹੱਥ ਕੜੀ ਪਈ ਤੇ ਇਕੱਲਿਆਂ ਨੂੰ ਪੈ ਗਈ। ਇਸ ਲਈ ਮਹਾਰਾਜ ਜੀ ਕਹਿੰਦੇ ਆ ਵੀ ਆ ਕਰਮ ਹੈ ਜਿਹਦਾ ਫਲ ਭੋਗਣਾ ਪੈਂਦਾ ਹੈ। ਸਭ ਜੀ ਕਹਿੰਦੇ ਦਰਬ ਭਲੇ ਕਰਮਨ ਮੈਂ ਦੀਜੈ। ਆ ਜਿੰਨਾ ਧਨ ਇਕੱਠਾ ਕਰਕੇ ਲਿਖਿਆ ਨਾ, ਇਹਨੂੰ ਲੋੜਵੰਦਾਂ ਵਿੱਚ ਵੰਡ ਦੇ। ਇਹਨੂੰ ਲੋੜਵੰਦਾਂ ਦੇ ਵਿੱਚ, ਜ਼ਰੂਰਤਮੰਦਾਂ ਦੇ ਵਿੱਚ ਇਹਨੂੰ ਵੰਡਿਆ ਕਰ। ਜਿੰਨਾ ਤੂੰ ਇਹਨੂੰ ਲੋੜਵੰਦਾਂ ਦੇ ਵਿੱਚ, ਜ਼ਰੂਰਤਮੰਦਾਂ ਵਿੱਚ ਵੰਡੇਗਾ, ਉਸ ਮਾਲਕ ਦੀ ਬਖਸ਼ਿਸ਼ ਮਿਹਰ ਹੋਵੇਗੀ। ਆਗੈ ਹੋਵੇ ਤੋਹਿ ਸੰਗ ਸਹਾਈ। ਕਹਿੰਦੇ ਉਹ ਮਾਲਕ ਵੀ ਫਿਰ ਤੇਰੀ ਆਪਾਂ ਇੱਥੇ ਕਿਸੇ ਲੋੜਵੰਦ ਦੀ ਸਹਾਇਤਾ ਕਰਾਂਗੇ, ਅੱਗੋਂ ਉਹ ਸਾਡੀ ਵੀ ਸਹਾਇਤਾ ਕਰੇਗਾ। ਇੱਕ ਸ਼ਾਇਦ ਜ਼ਿਕਰ ਅੱਗੇ ਤੁਹਾਡੇ ਨਾਲ ਕੀਤਾ ਹੋਵੇ, ਇੱਥੇ ਜ਼ਰੂਰੀ ਹੈ। ਇੱਕ ਨਾ ਘਰ ਵਿੱਚੋਂ ਘਰ ਵਾਲੀ ਉਹਨੂੰ ਰੋਜ਼ ਟੋਕਰੇ ਦੇ ਵਿੱਚ ਖਾਣ ਵਾਲਾ ਸਮਾਨ ਰੱਖ ਕੇ ਦੇ ਦਿੰਦੀ ਆ ਵੀ ਜਾਓ ਵਿੱਚੋਂ ਜਾ ਕੇ। ਉਹ ਜਾ ਕੇ ਇੱਕ ਬਹਿ ਜਾਂਦਾ ਹੈ। ਇੱਕ ਬੰਦੇ ਕੋਲ 4 ਪੈਸੇ ਨੇ ਖੋਟੇ, ਚਾਰੇ ਦੇ ਚਾਰੇ ਖੋਟੇ ਨੇ। ਉਹਨੇ ਆਖਿਆ ਕਿੱਥੇ ਚਲਾਵਾਂ? ਕਿਸੇ ਕੋਲ ਨਹੀਂ ਚੱਲੇ, ਇਹਦੇ ਕੋਲ ਆ ਗਿਆ। ਕਹਿੰਦੇ ਵੀ ਆ ਇੱਕ ਪੈਸਾ ਲੈ ਲਓ ਤੇ ਖਾਣ ਵਾਲਾ ਸਮਾਨ ਦੇ ਦਿਓ। ਉਹਨੇ ਆਖਿਆ ਵੀ ਲਿਆ ਰੱਖ ਦੇ ਇੱਥੇ, ਤੇ ਖਾਣ ਵਾਲਾ ਸਮਾਨ ਦੇ ਦਿੱਤਾ। ਘਰ ਵਾਲੀ ਨੂੰ ਜਾ ਕੇ ਜਦੋਂ ਪੈਸੇ ਦਿੱਤੇ, ਇੱਕ ਖੋਟਾ ਸਿੱਕਾ ਨਿਕਲਿਆ, ਉਹਨੇ ਵੀ ਰੱਖ ਲਿਆ। ਉਹਨੇ ਬੰਦੇ ਨੇ ਆਖਿਆ ਵੀ ਇੱਥੇ ਗੱਲ ਬਣ ਗਈ ਵੀ ਚਾਰੇ ਦੇ ਚਾਰੇ ਖੋਟੇ ਸਿੱਕੇ ਇੱਥੇ ਹੀ ਚੱਲ ਜਾਣਗੇ, 4 ਦਿਨ ਖਾਣ ਨੂੰ ਸਮਾਨ ਮਿਲ ਜਾਏਗਾ। ਦੂਜੇ ਦਿਨ ਫਿਰ ਇਸੇ ਤਰ੍ਹਾਂ, ਤੀਜੇ ਦਿਨ, ਚੌਥੇ ਦਿਨ, 5ਵੇਂ ਦਿਨ ਘਰ ਵਾਲੀ ਨੇ ਖਾਲੀ ਟੋਕਰਾ ਪਕੜਾ ਦਿੱਤਾ ਤੇ ਉਹ 4 ਜਿਹੜੇ ਖੋਟੇ ਪੈਸੇ ਸੀ ਉਹ ਰੱਖ ਦਿੱਤੇ ਵਿੱਚ। ਉਹਨੇ ਆਖਿਆ ਵੀ ਖਾਣ ਵਾਲਾ ਸਮਾਨ, ਕਹਿੰਦੀ ਕਿੱਥੋਂ ਲਿਆਵਾਂ? ਆ ਖੋਟੇ ਪੈਸੇ ਲੈ ਕੇ ਆਏ ਹੋ, ਤੁਹਾਨੂੰ ਪਤਾ ਨਹੀਂ? ਜਦੋਂ ਤੁਹਾਨੂੰ ਕੋਈ ਪੈਸੇ ਦਿੰਦਾ ਤੇ ਤੁਹਾਨੂੰ ਤੁਸੀਂ ਦੇਖਦੇ ਵੀ ਖੋਟੇ ਨੇ, ਚੱਲਣੇ ਨਹੀਂ। ਉਹ ਅੱਗੋਂ ਹੱਸ ਕੇ ਕਹਿੰਦਾ ਮੈਨੂੰ ਪਤਾ ਸੀ ਇਹ ਖੋਟੇ ਨੇ। ਕਹਿੰਦੇ ਫਿਰ ਤੁਸੀਂ ਕਿਉਂ ਲਏ? ਕਹਿੰਦੇ ਮੈਂ ਇਹ ਸੋਚ ਕੇ ਲੈ ਲਏ ਕਿ ਇਹ ਖੋਟੇ ਪੈਸੇ ਇੱਥੇ ਮੇਰੇ ਕੋਲ ਚਲਾਏਗਾ, ਮੈਂ ਵੀ ਤੇ ਅੰਦਰੋਂ ਖੋਟਾ ਹੀ ਹਾਂ। ਤੇ ਜਦੋਂ ਮੈਂ ਮਾਲਕ ਦੇ ਘਰ ਗਿਆ, ਕੀ ਪਤਾ ਖੋਟਾ ਮੈਂ ਵੀ ਮਾਲਕ ਦੇ ਘਰ ਚੱਲ ਜਾਵਾਂ। ਇਸ ਲਈ ਇਹ ਇੱਕ ਸਮਝਾਉਣ ਵਾਲੀ ਗੱਲ ਹੈ। ਅਸੀਂ ਵੀ ਅੰਦਰੋਂ ਬਾਹਰੋਂ ਖਰੇ ਹਾਂ, ਅੰਦਰੋਂ ਖੋਟੇ ਹਾਂ। ਸਭ ਕਹਿੰਦੇ ਬਾਹਰੋਂ ਜਿੰਨਾ ਤੂੰ ਮਿੱਠਾ ਹੈ ਉਨਾ ਹੀ ਅੰਦਰੋਂ ਕੌੜਾ ਵੀ ਹੈ। ਜਿੰਨਾ ਬਾਹਰੋਂ ਤੂੰ ਨਿਮਰਤਾ ਤੇ ਪਿਆਰ ਨਾਲ ਭੇਜਿਆ, ਉਹਨਾਂ ਅੰਦਰ ਕੁੜਤਨ ਵੀ ਤੇਰੇ ਭਰੀ ਪਈ ਆ। ਇਸ ਲਈ ਸਤਿਗੁਰੂ ਮਹਾਰਾਜ ਨੇ ਆਖਿਆ, ਕਹਿੰਦੇ ਨੇ ਆ ਜਿੰਨੇ ਵੀ ਆ ਧਨ ਪਦਾਰਥ ਹੈ ਇਹ ਲੋੜਵੰਦਾਂ ਵਿੱਚ ਵੰਡਿਆ, ਵੰਡ ਛਕੋ। ਇਹ ਮਿਸ਼ਨ ਹੈ ਗੁਰੂ ਸਾਹਿਬ ਦਾ। ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਜਦੋਂ ਵੰਡ ਕੇ ਛਕੋਗੇ ਉਹ ਮਾਲਕ ਵੀ ਤੁਹਾਡਾ ਸਹਾਈ ਹੋਵੇਗਾ। ਸਤ ਨਾਮ ਜਪਿਆ ਲਿਵ ਲਾਈ। ਇਸ ਲਈ ਕੇਵਲ ਆ ਧਨ ਹੀ ਨਹੀਂ ਲੋੜਵੰਦਾਂ ਵਿੱਚ ਵੰਡਣਾ, ਜੋ ਸੱਚੇ ਨਾਮ ਦਾ ਜਾਪ ਕਰੋਗੇ ਉਹ ਵੀ ਵੰਡੋ। ਕਿਰਤ ਕਰੋ, ਨਾਮ ਜਪੋ, ਤੇ ਦੋਵਾਂ ਨੂੰ ਕੀ ਕਰਨਾ ਹੈ? ਵੰਡ ਛਕੋ। ਤੇ ਵੰਡ ਛਕਣ ਦੀ ਵੀ ਗੱਲ ਅੱਗੇ ਹੋ ਚੁੱਕੀ ਹੈ ਆਪ ਜੀ ਦੇ ਨਾਲ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰ ਦਾਨ। ਜੋ ਤੁਸੀਂ ਲੈ ਕੇ ਜਾਓਗੇ ਇੱਥੋਂ ਦੀ ਗੁਣ, ਜੋ ਸਿੱਖਿਆਵਾਂ, ਉਪਦੇਸ਼, ਉਹਨੂੰ ਹੋਰਾਂ 'ਚ ਜਾ ਕੇ ਵੰਡੋ। ਇਹ ਵੀ ਵੰਡ ਕੇ ਛਕੋ ਵਾਲਾ ਕੰਮ ਹੈ। ਸਭ ਜੀ ਕਹਿੰਦੇ ਤੂੰ ਸੱਚੇ ਨਾਮ ਦਾ ਜਾਪ ਕਰਿਆ ਕਰ, ਔਰ ਜੋ ਤੂੰ ਕਮਾਇਆ ਹੈ ਇਹ ਲੋੜਵੰਦਾਂ ਵਿੱਚ ਵੀ ਵੰਡਿਆ ਕਰ। ਸਤ ਸੰਗਤ ਕੋ ਕਰੋ ਮਿਲਾਪਾ। ਅੱਜ ਤੋਂ ਬਾਅਦ ਮਾੜਿਆਂ ਦਾ ਸੰਗ ਨਹੀਂ ਕਰਨਾ। ਅੱਜ ਤੋਂ ਬਾਅਦ ਸਤ ਸੰਗਤ ਦਾ ਮਿਲਾਪ ਕਰਿਆ ਕਰ। ਰੋਜ਼ ਅਰਦਾਸ ਕਰਿਆ ਕਰ, ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਰੋਜ਼ ਅਰਦਾਸ ਕਰਿਆ ਕਰੋ, ਸੇ ਸੰਜੋਗ ਕਰੋ ਮੇਰੇ ਪਿਆਰੇ, ਜਿਤ ਰਸਨਾ ਹਰ ਨਾਮ ਉਚਾਰੇ। ਕਿ ਅਸੀਂ ਸਵੇਰੇ ਉੱਠੇ ਹਾਂ, ਘਰੋਂ ਬਾਹਰ ਨਿਕਲੇ ਹਾਂ, ਉਹ ਸੰਜੋਗ ਸਾਡਾ ਬਣਾਇਓ ਜਿਹਨੂੰ ਮਿਲਦਿਆਂ ਹੀ ਮੁਖ ਤੋਂ ਨਿਕਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਨੂੰ ਮਿਲਦਿਆਂ ਹੀ ਮੁਖ ਤੋਂ ਨਿਕਲੇ ਸਤਨਾਮ ਸ਼੍ਰੀ ਵਾਹਿਗੁਰੂ। ਇਹ ਨਾ ਹੋਵੇ ਵੀ ਉਦਾਂ ਦਾ ਬੰਦਾ ਮਿਲ ਜਾਏ ਤੇ ਜਿਹਨੂੰ ਮਿਲਦਿਆਂ ਹੀ ਮੁਖ ਤੋਂ ਭੈੜਾ ਬੋਲ ਨਿਕਲੇ। ਉਹ ਸੰਜੋਗ ਨਾ ਕਰਾਇਓ। ਉਹ ਸੰਜੋਗ ਕਰਾਇਓ ਜਿਹਨੂੰ ਮਿਲਦਿਆਂ ਤੁਹਾਡਾ ਨਾਮ ਚਿੱਤ ਵਿੱਚ ਆ ਜਾਵੇ, ਚਿੱਤੇ ਆ ਜਾਵੇ। ਸਭ ਜੀ ਕਹਿੰਦੇ ਮਾੜੀਆਂ ਦਾ ਸੰਗ ਨਹੀਂ ਕਰਨਾ, ਸਤ ਸੰਗਤ ਕੋ ਕਰੋ ਮਿਲਾਪਾ। ਸਤ ਸੰਗਤ ਦਾ ਮਿਲਾਪ ਕਰਨਾ। ਤਜੀਏ ਅਪਰ ਵਿਕਾਰ ਕਲਾਪਾ। ਜਿੰਨੇ ਵੀ ਕਹਿੰਦੇ ਵਿਕਾਰਾਂ ਵਾਲੀ ਕਲਪਨਾ ਅੰਦਰ ਕੀਤੀ ਹੋਈ ਆ ਨਾ, ਫੁਰਨੇ ਬਣਾਏ ਹੋਏ ਆ, ਇਹ ਸਾਰੇ ਦੇ ਸਾਰੇ ਤਿਆਗ ਦੇਣੇ ਹਨ। ਇਸ ਪ੍ਰਕਾਰ ਸੁਨ ਗੁਰ ਕੀ ਬਾਣੀ। ਇਸ ਤਰ੍ਹਾਂ ਕਹਿੰਦੇ ਦੁਨੀ ਚੰਦ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬੋਲ ਬੜੇ ਧਿਆਨ ਲਾ ਕੇ ਸੁਣੇ ਹਨ। ਦੁਨੀ ਚੰਦ ਮਨ ਮੈਂ ਪਲ ਮਾਨੀ। ਦੁਨੀ ਚੰਦ ਦੇ ਇੱਕ ਇੱਕ ਬੋਲ ਹਿਰਦੇ ਵਿੱਚ ਵਸ ਗਿਆ। ਜਿਹੜਾ ਅੰਦਰ ਵਸੇਗਾ ਉਹੀ ਮੰਨਾਂਗੇ ਅਸੀਂ, ਜਿਹੜਾ ਵਸਿਆ ਹੀ ਨਹੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਹੋਵਾਂਗੇ। ਕਹਿੰਦੇ ਇੱਕ ਇੱਕ ਬੋਲ ਹਿਰਦੇ ਵਿੱਚ ਵਸ ਗਿਆ, ਭਲ ਮੰਨੀ। ਇਹਨੇ ਮੰਨ ਲਿਆ ਵੀ ਜੋ ਗੁਰੂ ਸਾਹਿਬ ਨੇ ਕਿਹਾ ਮੇਰੇ ਭਲੇ ਵਾਸਤੇ ਕਿਹਾ। ਜੋ ਗੁਰ ਕਹੇ ਸੋਈ ਭਲ ਮੰਨੋ। ਜੋ ਗੁਰੂ ਸਾਹਿਬ ਕਹਿੰਦੇ ਆ ਸਾਡੇ ਭਲੇ ਵਾਸਤੇ ਹੀ ਕਹਿੰਦੇ ਆ, ਮਾੜੇ ਵਾਸਤੇ ਨਹੀਂ ਕਹਿੰਦੇ। ਗੁਰਬਾਣੀ ਸਾਨੂੰ ਮਾੜੀ ਸੰਗਤ ਤੋਂ ਰੋਕਦੀ ਆ ਤਾਂ ਸਾਡੇ ਭਲੇ ਵਾਸਤੇ, ਮਾੜੇ ਕਰਮ ਤੋਂ ਰੋਕਦੀ ਆ ਸਾਡੇ ਭਲੇ ਵਾਸਤੇ, ਮਾੜੀਆਂ ਆਦਤਾਂ ਤੋਂ ਛੁਟਕਾਰਾ ਦਿਵਾਉਂਦੀ ਆ ਸਾਡੇ ਭਲੇ ਵਾਸਤੇ। ਮਾਂ-ਬਾਪ ਬੱਚਿਆਂ ਨੂੰ ਸਮਝਾਉਂਦੇ ਆ ਭਲੇ ਵਾਸਤੇ, ਉਹ ਵੱਖਰੀ ਗੱਲ ਹੈ। ਬੱਚਿਆਂ ਨੂੰ ਲੱਗਦਾ ਵੀ ਮਾਂ-ਬਾਪ ਸਾਡੇ ਭਲੇ ਵਾਸਤੇ ਨਹੀਂ ਸੋਚਦੇ, ਪਰ ਕੋਈ ਐਸਾ ਮਾਂ-ਬਾਪ ਨਹੀਂ ਜਿਹੜਾ ਬੱਚਿਆਂ ਦਾ ਭਲਾ ਨਾ ਸੋਚਦਾ ਹੋਵੇ। ਗੁਰੂ ਸਾਹਿਬ ਨੇ ਬਾਣੀ ਸਾਡੇ ਭਲੇ ਵਾਸਤੇ ਹੀ ਦਿੱਤੀ ਹੈ। ਇਸ ਲਈ ਸਾਹਿਬ ਜੀ ਦੇ ਇੱਕ ਇੱਕ ਬੋਲ ਦੁਨੀ ਚੰਦ ਨੇ ਆਪਣੇ ਹਿਰਦੇ ਵਿੱਚ ਵਸਾ ਲਏ ਹਨ। ਆਦਿਕ ਦਰਬ ਇਕੱਠੋ ਕਹਿ ਜੇ ਤੋ। ਜਿੰਨਾ ਵੀ ਇਹਨੇ ਧਨ ਇਕੱਠਾ ਕੀਤਾ ਹੋਇਆ ਸੀ, ਸੰਤਨ
ਹਿਤ ਖਰਚਿਓ ਸਭ ਤੇਤੋ ਕਹਿੰਦੇ ਲੋੜਵੰਦ ਜ਼ਰੂਰਤਮੰਦ ਜਿਹੜੇ ਸਨ ਉਹਨਾਂ ਦੇ ਵਿੱਚ ਇਹ ਕਹਿੰਦੇ ਵੰਡਣਾ ਕੀਤਾ। ਭਾਵ ਕੋਈ ਤਨ ਤੋਂ ਨਗਨ ਹੈ, ਕੋਈ ਭੁੱਖਾ ਹੈ, ਕਿਸੇ ਨੂੰ ਕਿਸੇ ਪ੍ਰਕਾਰ ਦੀ ਜ਼ਰੂਰਤ ਹੈ, ਇਹ ਉਹਨਾਂ ਦੀ ਜ਼ਰੂਰਤ ਪੂਰੀ ਕਰਦਾ ਹੈ। ਅਨੇਕ ਪ੍ਰਕਾਰ ਕਰਾਏ ਆਹਾਰਾ ਔਰ ਜਿਹੜੇ ਭੁੱਖਣ ਭਾਣੇ ਸਨ ਉਹਨਾਂ ਨੂੰ ਕਈ ਪ੍ਰਕਾਰ ਦਾ ਭੋਜਨ ਤਿਆਰ ਕਰਕੇ ਛਕਾਇਆ ਹੈ। ਸੰਤਨ ਕਰਿਓ ਪ੍ਰਸੰਨ ਜਿਵਾਰਾ ਕਹਿੰਦੇ ਨੇ ਹੁਣ ਗੁਰਮੁਖਾਂ ਦੀ ਸੰਗਤ ਸਤ ਸੰਗਤ ਦਾ ਮਿਲਾਪ ਵੀ ਕਰਦਾ ਹੈ। ਮਨ ਕਹਿੰਦੇ ਪ੍ਰਸੰਨ ਹੈ, ਮਨ ਅੰਦਰ ਖਿੜ ਗਿਆ ਹੈ। ਬਹੁਤੇ ਵਸਤਰ ਸਿਵਾਏ ਪਹਿਰਾਏ ਹੁਣ ਜਿੰਨੇ ਵੀ ਕਹਿੰਦੇ ਨਗਨ ਸਨ, ਜਿਨ੍ਹਾਂ ਕੋਲ ਵਸਤਰ ਲੈਣ ਦੀ ਵੀ ਹਿੰਮਤ ਨਹੀਂ ਸੀ, ਉਹਨਾਂ ਵਸਤਰ ਲੈ ਕੇ ਉਹਨਾਂ ਨੂੰ ਸਿਵਾ ਕੇ ਉਹ ਜਿਹੜੇ ਤਨ ਦੇ ਨਗਨ ਸਨ ਉਹਨਾਂ ਨੂੰ ਪਹਿਨਾਉਂਦਾ ਹੈ। ਮਿਲ ਸਤ ਸੰਗਤ ਸਮਾ ਬਿਤਾਏ ਸਤ ਸੰਗਤ ਵਿੱਚ ਆ ਕੇ ਹੁਣ ਸਮਾਂ ਵੀ ਬਤਾਉਂਦਾ ਹੈ, ਨਾਮ ਵੀ ਜਪਦਾ ਹੈ ਔਰ ਵੰਡ ਕੇ ਛਕਣ ਦੀ ਵੀ ਜਾਚ ਇਹਨੂੰ ਆ ਗਈ ਹੈ। ਸਿਮਰ ਹੈ ਵਾਹਿਗੁਰੂ ਸਤਨਾਮ ਔਰ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪਦਾ ਹੈ। ਤਜੇ ਬੇਅਰਥ ਜੇ ਕਰਕੇ ਕਾਮ ਜਿਹੜੇ ਬੇਅਰਥ ਕੰਮ ਸੀ, ਜਿਨ੍ਹਾਂ ਕੰਮਾਂ ਵਿੱਚ ਕੋਈ ਫਲ ਨਹੀਂ ਸੀ, ਨਿਫਲ ਸਨ, ਉਹ ਸਾਰੇ ਕਰਮ ਤਿਆਗ ਦਿੱਤੇ। ਤਾਂ ਨਿਹਾਲ ਤਤਕਾਲ ਵਿਸਾਲਾ ਇਸ ਤਰ੍ਹਾਂ ਕਹਿੰਦੇ ਗੁਰੂ ਸਾਹਿਬ ਨੇ ਥੋੜੇ ਸਮੇਂ ਵਿੱਚ ਹੀ ਆਪਣੀ ਨਦਰ ਕਰਕੇ ਉਪਦੇਸ਼ ਦੇ ਕੇ ਦੁਨੀ ਚੰਦ ਨੂੰ ਨਿਹਾਲ ਕਰ ਦਿੱਤਾ। ਤਰ ਉਪਦੇਸ਼ ਜੋ ਦਿਓ ਦਿਆਲਾ ਗੁਰੂ ਸਾਹਿਬ ਨੇ ਜਿਹੜਾ ਉਪਦੇਸ਼ ਦਿੱਤਾ ਸੀ ਇਹਨੇ ਆਪਣੇ ਹਿਰਦੇ ਵਿੱਚ ਧਾਰਨ ਕਰ ਲਿਆ। ਤਿਸ ਤੇ ਵਿਦਾ ਹੋਏ ਬਿਦਨੀ ਕੀ ਇਸ ਤਰ੍ਹਾਂ ਕਹਿੰਦੇ ਗੁਰੂ ਸਾਹਿਬ ਕੁਝ ਸਮਾਂ ਇੱਥੇ ਰਹਿ ਕੇ ਉਪਦੇਸ਼ ਦ੍ਰਿੜ ਕਰਵਾਇਆ ਕਿ ਤੁਸੀਂ ਮਿਹਨਤ ਦੀ ਕਮਾਈ ਜਿਹੜੀ ਆ ਉਹ ਕਰੋ। ਭਾਵ ਜਿੰਨਾ ਤੁਹਾਨੂੰ ਲੋੜ ਹੈ ਸੰਸਾਰ ਦੇ ਵਿੱਚ ਤੁਹਾਡੇ ਗੁਜ਼ਾਰੇ ਵਾਸਤੇ, ਕਿਉਂਕਿ ਧਨ ਕੀ ਹੈ, ਇਹ ਗੁਜ਼ਰਾਨ ਹੈ, ਇਹਨੂੰ ਗੁਜ਼ਰਾਨ ਵਾਸਤੇ ਤੁਸੀਂ ਵਰਤੋ ਤੇ ਕੋਈ ਬੇਈਮਾਨੀ ਨਹੀਂ, ਕੋਈ ਮਾੜਾ ਕਰਮ ਨਹੀਂ ਕਰਨਾ। ਜੋ ਹੈ ਉਹਦੇ ਵਿੱਚੋਂ ਵੰਡ ਕੇ ਛਕਣ ਦੀ ਜਾਚ ਸਿਖਾ ਦਿੱਤੀ, ਨਾਮ ਦੇ ਰੰਗ ਦੇ ਵਿੱਚ ਰੰਗ ਦਿੱਤਾ ਹੈ। ਇੱਥੋਂ ਫਿਰ ਗੁਰੂ ਸਾਹਿਬ ਜੀ ਹੁਣ ਅੱਗੇ ਨੂੰ ਚਾਲੇ ਪਾਉਣਗੇ। ਅਗਾਂਹ ਗੁਰੂ ਸਾਹਿਬ ਜੀ ਨੇ ਕਿਹੜੀ ਰਹਿਮਤਾਂ ਬਖਸ਼ਿਸ਼ਾਂ ਵਰਤਾਉਣੀਆਂ ਅਗਲੇਰੇ ਇਤਿਹਾਸ ਵਿੱਚ ਸਰਵਣ ਕਰਾਂਗੇ। ਇਹ ਜਿਹੜਾ ਸਾਡਾ ਕਰਮ ਹੈ ਨਾ ਮਿੱਤਰ, ਇਹਨੇ ਸਾਡੇ ਅਗਾਂਹ ਨਾਲ ਜਾ ਕੇ ਸਾਨੂੰ ਕਰਮ ਫਲ ਭੋਗਣਾ ਪੈਣਾ ਹੈ। ਇਸ ਲਈ ਮਾੜੇ ਮਿੱਤਰਾਂ ਦਾ ਸੰਗ ਛੱਡ ਕੇ ਚੰਗੇ ਮਿੱਤਰ, ਭਾਵ ਚੰਗੇ ਕਰਮ ਆਪਾਂ ਜੀਵਨ ਵਿੱਚ ਕਰੀਏ, ਜਿਹਦੇ ਨਾਲ ਸਾਡਾ ਜੀਵਨ, ਇਹ ਜੀਵਨ ਦੀ ਯਾਤਰਾ ਸਫਲ ਹੋਵੇ। ਸਾਡੇ ਜੀਵਨ ਦੇ ਦੁੱਖ ਕਲ ਕਲੇਸ਼ ਇਹ ਸਭ ਜਿਹੜੇ ਨੇ ਜੀਵਨ ਵਿੱਚੋਂ ਮਿਟ ਜਾਣ। ਅਰਦਾਸ ਕਰੋ ਗੁਰੂ ਸਾਹਿਬ, ਅਸੀਂ ਦਿਨ ਰਾਤ ਨਾਮ ਦੀ ਕਮਾਈ ਕਰਕੇ ਆਪਣੇ ਕਰਮ ਚੰਗੇ ਬਣਾਉਣਾ ਚਾਹੁੰਦੇ ਹਾਂ, ਚੰਗੇ ਮਿੱਤਰਾਂ ਦਾ ਸੰਗ ਕਰਨਾ ਚਾਹੁੰਦੇ ਹਾਂ। ਇਸ ਲਈ ਸਾਡੇ ਤੇ ਇੱਕ ਰਹਿਮ ਕਰ ਦਿਓ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗਾਵਾਂ ਦਿਨ ਰਾਤ। ਨਾਨਕ ਚਾਓ ਇਹ, ਨਾਨਕ ਚਾਓ ਇਹ, ਨਾਨਕ ਚਾਓ ਇਹੋ, ਨਾਨਕ ਚਾਓ ਇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਨਾਮ ਦੇਹੋ। ਜਿੱਥੇ ਆਪਾਂ ਨਾਮ ਦੀ ਦਾਤ ਮੰਗਣੀ ਹੈ ਉੱਥੇ ਇੱਕ ਅਰਦਾਸ ਕਰੋ ਕਿ ਸਾਡਾ ਜੀਵਨ ਐਸਾ ਬਣ ਜਾਏ ਕਿ ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਝ ਪਾਏ। ਸਾਨੂੰ ਬੁਰੇ ਦਾ ਵੀ ਭਲਾ ਕਰਨ ਦੀ ਜਾਚ ਗੁਰਬਾਣੀ ਸਿਖਾਉਂਦੀ ਹੈ। ਮਾੜੇ ਕਰਮਾਂ ਦਾ ਤਿਆਗ ਕਰਕੇ ਚੰਗੇ ਕਰਮਾਂ ਦੀ ਧਾਰਨੀ ਬਣੀਏ, ਜਿਹਦੇ ਨਾਲ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮਿਲੇ ਜੀਵਨ ਬਣ ਸਕੇ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ, ਮਿਹਰ ਦਾ ਹੱਥ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।